ਭਗਵੰਤ ਮਾਨ ਦਾ ਸਾਰਾ ਜਿਹੜਾ ਬੋਡੀ ਲੈਂਗੁਏਜ ਦੇਖੋ, ਜਿਹੜਾ ਕੌਨਫੀਡੈਂਸ ਉਹ ਐਜ਼ ਮੈਂਬਰ ਪਾਰਲੀਮੈਂਟ ਐਗਜ਼ਿਬਿਟ ਕਰਦੇ ਸੀਗੇ, ਐਜ਼ ਚੀਫ ਮਿਨਿਸਟਰ ਨਹੀਂ ਗਾ। ਇਹ ਤਾਂ ਭਗਵੰਤ ਮਾਨ ਨੂੰ ਆਪਣਾ ਇੱਕ ਮਾਈਂਡ ਬਣਾਉਣਾ ਪੈਣਾ ਵਾ ਕਿ ਕੀ ਮੈਂ ਇਹਨਾਂ ਨੂੰ ਕਿਸ ਲਿਮਿਟ ਤੱਕ ਮੈਂ ਦਿੱਲੀ ਵਾਲਿਆਂ ਨੂੰ ਆਪਣੀ ਗਵਰਨਮੈਂਟ ਇੰਟਰਫੇਰੈਂਸ ਕਰਨ ਦੇਣੀ ਹੈ, ਕਿਉਂਕਿ ਜਿੰਨਾ ਇਹ ਅਲਾਓ ਕਰੀ ਜਾਣਗੇ ਉਨਾ ਉਹ ਇੰਟਰਫੇਅਰ ਜ਼ਿਆਦਾ ਕਰੀ ਜਾਣਗੇ। ਤੁਹਾਨੂੰ ਐਲਓਪੀ ਨਹੀਂ ਬਣਾਇਆ ਗਿਆ, ਪ੍ਰਤਾਪ ਬਾਜਵਾ ਨੂੰ ਬਣਾ ਦਿੱਤਾ ਗਿਆ। ਕਾਂਗਰਸ ਨੇ ਤੁਹਾਡੇ 'ਚ ਯਕੀਨ ਨਹੀਂ ਦਿਖਾਇਆ ਕਿ ਚੰਡੀਗੜ੍ਹ ਸਾਡੇ ਤੋਂ ਹਕੂਕ ਖੋਏ ਜਾ ਰਹੇ ਸੀਗੇ ਤੇ ਰਾਘਵ ਚੱਡਾ ਲੈਕਮੀ ਸ਼ੋਅ ਦੇ ਉੱਤੇ ਫੈਸ਼ਨ ਕੋਈ ਵਾਟਐਵਰ ਰੈਂਪ ਵਾਕ ਕਰ ਰਿਹਾ ਸੀ। ਤੁਸੀਂ ਦੱਸੋ ਮੈਨੂੰ, ਲਵਲੀ ਯੂਨੀਵਰਸਿਟੀ ਕਿੱਡਾ ਵੱਡਾ ਉਹਦਾ ਐਮਪਾਇਰ ਆ ਐਜੂਕੇਸ਼ਨ ਦਾ, ਕੀ ਉਹ ਬੀਜੇਪੀ ਦੇ ਖਿਲਾਫ ਬੋਲ ਸਕਦਾ ਵਾ? ਇੱਕ ਦਿਨ ਬੋਲੂਗਾ, ਅਗਲੇ ਦਿਨ ਉਹਦੀ ਯੂਨੀਵਰਸਿਟੀ ਲੌਕ ਕਰਾ ਦੇਣਗੇ, ਈਡੀ ਦਾ ਰੇਟ ਪਵਾ ਦੇਣਗੇ। ਨਵਜੋਤ ਸਿੰਘ ਸਿੱਧੂ ਨੂੰ ਇੱਕ ਪਾਸੇ ਹੀ ਲਾਤਾ ਕਾਂਗਰਸ ਨੇ। ਕੁੰਵਰ ਵਿਜੇ ਪ੍ਰਤਾਪ ਨੇ ਉਹ ਆਪਣੇ ਫੇਸਬੁੱਕ ਤੇ ਸ਼ੇਅਰ ਕੀਤਾ ਕਿ ਜਿਹੜੇ 2 ਪੁਲਿਸ ਆਫਸਰਸ ਨੂੰ ਇੰਪੋਰਟੈਂਟ ਪੋਜੀਸ਼ਨ ਦਿੱਤੀਆਂ ਭਗਵੰਤ ਮਾਨ ਉਹਨਾਂ ਨੇ, ਉਹ ਗਲਤ ਹੈ। अरविंद केजरीवाल ने प्रॉमिस किया कि जब हमारी सरकार बनेगी हम 24 घंटे में बेअदबियों का मसला सॉल्व करेंगे। पंजाब का एडवोकेट जनरल ने जाके उत्थे बयान दिता कि सानू किसी केस विच नहीं चाहिए, सिर्फ कोई एक कोठी का केस है सुमेध सिंह सैनी के खिलाफ, सानू इहदे विच इहदी लोड़ है। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ। ਮੈਂ ਤੁਹਾਡੇ ਨਾਲ ਸੀਰਤ ਸੰਧੂ। ਕਾਂਗਰਸ 'ਚ ਵੱਡੇ ਫੇਰਬਦਲ ਹੋਣ ਤੋਂ ਬਾਅਦ ਸਾਡੇ ਨਾਲ ਜੁੜੇ ਨੇ ਸੁਖਪਾਲ ਸਿੰਘ ਖਹਿਰਾ ਜੀ। ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਤੋਂ ਪੁੱਛਦੇ ਹਾਂ ਜਿਹੜੇ ਅੱਜ ਕੱਲ੍ਹ ਦੇ ਮੁੱਦੇ ਚੱਲ ਰਹੇ ਆ ਉਹਨਾਂ ਬਾਰੇ ਜਾਣਕਾਰੀ ਲੈਂਦੇ ਹਾਂ ਉਹਨਾਂ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਐਂਡ ਸਭ ਨੂੰ ਮੇਰੀ ਫਤਿਹ ਜੀ। ਖਹਿਰਾ ਸਾਹਿਬ, ਸਭ ਤੋਂ ਪਹਿਲਾਂ ਤਾਂ ਰਾਜਾ ਵੜਿੰਗ ਨੂੰ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਗਿਆ, ਪ੍ਰਤਾਪ ਸਿੰਘ ਬਾਜਵਾ ਨੂੰ ਐਲਓਪੀ ਤੇ ਨਵਜੋਤ ਸਿੰਘ ਸਿੱਧੂ ਨੂੰ ਇੱਕ ਪਾਸੇ ਹੀ ਲਾਤਾ ਕਾਂਗਰਸ ਨੇ। ਤੇ ਤੁਹਾਨੂੰ ਲੱਗਦਾ ਹੈ ਕਾਂਗਰਸ ਨੂੰ ਦੁਬਾਰਾ ਤੋਂ ਲਾਈਨ ਤੇ ਲਿਆ ਸਕਣਗੇ? ਇਹ ਦੁਬਾਰਾ ਸਮਰੱਥ ਹੈਗੇ ਕਾਂਗਰਸ ਨੂੰ ਲੈ ਕੇ ਆਉਣ ਨੂੰ? ਮੇਰੀ ਗੱਲ ਤਾਂ ਇਹ ਹੈ ਕਿ ਇਹ ਪਾਰਟੀ ਦਾ ਅਧਿਕਾਰ ਖੇਤਰ ਆ ਕਿ ਉਹਨਾਂ ਨੇ ਕਿਸ ਨੂੰ ਅਪਾਇੰਟਮੈਂਟ ਦੇਣੀ ਆ। ਵੈਦਰ ਇਟਸ ਪੀਸੀਸੀ ਪ੍ਰੈਜ਼ੀਡੈਂਟ ਔਰ ਦ ਲੀਡਰ ਆਫ ਆਪੋਜੀਸ਼ਨ, ਇਹ ਪਾਰਟੀਆਂ ਤੈਅ ਕਰਦੀਆਂ ਨੇ। ਅਕਸਰ ਉਹਨਾਂ ਨੇ ਕੁਝ ਸੋਚ ਕੇ ਕੀਤਾ ਹੋਊਗਾ, ਉਹਨਾਂ ਨੇ ਐਕਸਪੀਰੀਅੰਸ ਦੇਖਿਆ ਹੋਊਗਾ, ਸੀਨੀਅਰਿਟੀ ਦੇਖੀ ਹੋਊਗੀ, ਕੈਲੀਬਰ ਦੇਖਿਆ ਹੋਊਗਾ। ਸੋ ਜੋ ਵੀ ਪਾਰਟੀ ਨੇ ਫੈਸਲਾ ਕੀਤਾ ਅਸੀਂ ਉਹਨਾਂ ਦੇ ਨਾਲ ਆ, ਅਸੀਂ ਸਹਿਮਤ ਹਾਂ। ਹੁਣ ਇਹ ਅਗਾਂਹ ਕੀ ਹੋਵੇਗਾ ਇਹ ਤਾਂ ਹੁਣ ਸਮਾਂ ਦੱਸੇਗਾ। ਬਟ ਵਨ ਥਿੰਗ ਆਈ ਕੈਨ ਆਫ ਕੋਰਸ ਡੈਫੀਨੇਟਲੀ ਸੇ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਐਕਸਪੈਕਟੇਸ਼ਨ ਸੀ ਲੋਕਾਂ ਨੂੰ, ਜਿੱਡੀ ਵੱਡੀ ਲੈਂਡਸਲਾਈਡ ਵਿਕਟਰੀ ਹੋਈ ਸੀਗੀ, ਉਨੀ ਉਹ ਆਪਣੀ ਉਸ ਇਮੇਜ ਨੂੰ ਮੇਨਟੇਨ ਨਹੀਂ ਕਰ ਪਾ ਰਹੇ। ਪਿਛਲੇ 1 ਮਹੀਨੇ ਵਿੱਚ ਕਾਫੀ ਗੱਲਾਂ, ਇਫ ਆਈ ਸਟਾਰਟ ਪੁਆਇੰਟਿੰਗ ਆਊਟ, ਤਾਂ ਮੇਰੇ ਖਿਆਲ 5-7 ਚੀਜ਼ਾਂ ਤਾਂ ਬੜੀਆਂ ਗਲੇਅਰਿੰਗ ਜਿਹੜੀਆਂ ਉਹਨਾਂ ਤੋਂ ਗਲਤੀਆਂ ਹੋ ਰਹੀਆਂ ਨੇ। ਸੋ ਇਸ ਕਰਕੇ ਅਗਰ ਕਾਂਗਰਸ ਯੂਨਾਈਟਿਡਲੀ ਰਹੇਗੀ, ਆਪਸ ਵਿੱਚ ਜਿਹੜਾ ਮਾੜਾ ਮੋਟਾ ਪਹਿਲਾਂ ਖਿੱਚੋਤਾਣ ਸੀ ਉਹ ਬੰਦ ਹੋ ਜਾਵੇ, ਤਾਂ ਆਈ ਐਮ ਕੁਆਇਟ ਸ਼ੋਰ ਕਿ ਬਾਏ ਦ ਪਾਰਲੀਮੈਂਟ ਕਾਂਗਰਸ ਵਿਲ ਬੀ ਕੁਆਇਟ ਗੁੱਡ ਪਲੇਸਡ। ਪਰ ਤੁਹਾਨੂੰ ਲੱਗਦਾ ਉਹ ਖਿੱਚੋਤਾਣ ਬੰਦ ਹੋਊਗੀ? ਕਿਉਂਕਿ ਹਾਲੇ ਵੀ ਉਹ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ। ਦੇਖੋ, ਜਦੋਂ ਹਾਰ ਹੁੰਦੀ ਹੈ ਨਾ ਪਾਰਟੀ ਦੀ, ਤੇ ਉਦੋਂ ਕੁਛ ਨਾ ਕੁਛ ਇਸ ਤਰ੍ਹਾਂ ਦਾ ਹੁੰਦਾ ਰਹਿੰਦਾ ਵਾ। ਬਟ ਆਈ ਥਿੰਕ ਉਹ ਕਾਫੀ ਹੋ ਚੁੱਕਾ ਵਾ। ਤਾਂ ਪਾਰਟੀ ਨੇ ਹੁਣ ਜਿਹੜੀ ਅਪਾਇੰਟਮੈਂਟਸ ਨਵੀਆਂ ਕਰਨੀ ਸੀ ਉਹ ਵੀ ਕਰ ਦਿੱਤੀਆਂ। ਹੁਣ ਦੇਰ ਇਜ਼ਨਟ ਮਚ ਸਕੋਪ ਕਿ ਆਪਾਂ ਇੱਕ ਦੂਜੇ ਨਾਲ ਕਾਹਦੇ ਲਈ ਲੜਨਾ। ਹੁਣ ਤਾਂ ਇਹ ਸਮਾਂ ਹੈਗਾ ਕਿ ਅਸੀਂ ਸਿਰ ਜੋੜ ਕੇ ਇਕੱਠੇ ਹੋ ਕੇ ਤੇ ਆਪਣੇ ਸੂਬੇ ਦੇ ਵਾਸਤੇ ਲੜੀਏ। ਜਿਹੜੀਆਂ ਗੱਲਾਂ ਅੱਛੀਆਂ ਕਰਨਗੇ ਆਮ ਆਦਮੀ ਪਾਰਟੀ ਵਾਲੇ, ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਜਿਹੜੀਆਂ ਗੱਲਾਂ ਕੋਈ ਗਲਤ ਕਰਨਗੇ ਉਹਨਾਂ ਨੂੰ ਅਸੀਂ ਵੀ ਹੈਵ ਟੂ ਫੇਸ ਦੈਮ, ਟੂ ਸ਼ੋ ਦੈਮ ਦ ਮਿਰਰ। ਜਿੱਦਾਂ ਮਿਸਾਲ ਦੇ ਤੌਰ 'ਤੇ ਕੱਲ੍ਹ ਕੁੰਵਰ ਵਿਜੇ ਪ੍ਰਤਾਪ ਨੇ ਉਹ ਆਪਣੇ ਫੇਸਬੁੱਕ 'ਤੇ ਸ਼ੇਅਰ ਕੀਤਾ ਕਿ ਜਿਹੜੇ 2 ਪੁਲਿਸ ਆਫਸਰਸ ਨੂੰ ਇੰਪੋਰਟੈਂਟ ਪੋਜੀਸ਼ਨ ਦਿੱਤੀਆਂ ਭਗਵੰਤ ਮਾਨ ਉਹਨਾਂ ਨੇ, ਉਹ ਗਲਤ ਆ। ਜਿਹੜਾ ਪ੍ਰਮੋਦ ਕੁਮਾਰ ਆ ਉਹ ਉਸ ਨੂੰ ਇੰਟੈਲੀਜੈਂਸ ਦਾ ਹੈਡ ਬਣਾਇਆ, ਜਿਹੜਾ ਅਰੁਣਪਾਲ ਸਿੰਘ ਉਹਨੂੰ ਕਮਿਸ਼ਨਰ ਪੁਲਿਸ ਬਣਾਇਆ ਅੰਮ੍ਰਿਤਸਰ। ਸੋ ਹੀ ਓਬਜੈਕਟਡ। ਆਮ ਆਦਮੀ ਪਾਰਟੀ ਦਾ ਐਮਐਲਏ ਬੋਲਣੇ ਸ਼ੁਰੂ ਹੋ ਗਏ ਨੇ। ਤਾਂ ਮੈਂ ਉਹਦੇ 'ਤੇ ਇਹ ਕਹਿਣਾ ਚਾਹੁੰਦਾ ਕਿ ਇਹ ਉਹ ਗੱਲ ਉਹਨਾਂ ਨੇ ਠੀਕ ਉਠਾਈ ਹੈ, ਕਿਉਂਕਿ ਇਹ ਦੋਨੋਂ ਆਫਸਰਸ, ਜਿਹੜੀ SIT ਬਣੀ ਸੀਗੀ ਕੈਪਟਨ ਅਮਰਿੰਦਰ ਸਿੰਘ ਵੇਲੇ, ਜਿਹਨੇ ਬੇਅਦਬੀਆਂ ਦਾ ਅਤੇ ਬਾਈਬਲ ਕਲਾਨ ਦੀ ਸਾਰੀ ਜਾਂਚ ਕਰਨੀ ਸੀ, ਇਹ ਦੋਨੋਂ ਆਫਸਰਸ ਦਾ ਉਹਦੇ 'ਚ ਕੋਈ ਰੋਲ ਨਹੀਂ ਸੀਗਾ। ਇਹਨਾਂ ਨੇ ਆਪਣੇ ਆਪ ਨੂੰ ਤਕਰੀਬਨ ਉੱਤੋਂ SIT ਤੋਂ ਪਾਸੇ ਕਰ ਲਿਆ ਸੀਗਾ। ਪਰ ਤੁਸੀਂ ਉਹਨਾਂ ਆਫਸਰਸ ਨੂੰ ਲਾ ਰਹੇ ਹੋ ਜਿਹੜੇ ਪਹਿਲਾਂ ਬੇਅਦਬੀ ਇੱਕ ਬਹੁਤ ਵੱਡਾ ਇਸ਼ੂ ਆ ਪੰਜਾਬ ਦੀ ਰਾਜਨੀਤੀ 'ਚ, ਜਿਹੜੇ ਉੱਥੇ ਕੰਪੀਟੈਂਟ ਨਹੀਂ ਸੀ, ਜਿਹੜੇ ਉੱਥੇ ਇਨਸਾਫ ਨਹੀਂ ਦੇ ਸਕੇ, ਤੁਸੀਂ ਉਹਨਾਂ ਨੂੰ ਫਿਰ ਲਾ ਰਹੇ ਹੋ ਪਲਮ ਪੋਜੀਸ਼ਨਸ 'ਤੇ। ਤਾਂ ਇਹ ਇੱਕ ਉਹਨਾਂ ਦੀ, ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਦੀ ਟੈਕਟੀਕਲ ਮਿਸਟੇਕ। ਵੈਸੇ ਵੀ ਜਿਹੜੀ ਸਿਵਲ ਪੁਲਿਸ ਐਡਮਿਨਿਸਟ੍ਰੇਸ਼ਨ ਦੀਆਂ ਤਬਾਦਲੇ ਹੋਏ ਨੇ, ਇਫ ਯੂ ਸੀ ਕੇਅਰਫੁਲੀ, ਇਹ ਸਿਰਫ ਇੱਕ ਅਦਲੀ ਬਦਲੀ ਕੀਤੀ ਆ। ਜਿੱਦਾਂ ਮਾਝੇ ਵਾਲਿਆਂ ਨੂੰ ਮਾਲਵੇ 'ਚ ਭੇਜਤਾ, ਮਾਲਵੇ ਵਾਲਿਆਂ ਨੂੰ ਦੁਆਬੇ 'ਚ ਭੇਜਤਾ। ਇਹਦੇ ਨਾਲੋਂ ਇਹ ਬੈਟਰ ਸੀਗਾ ਕਿ ਤੁਹਾਡੇ ਕੋਲ 23 ਜ਼ਿਲ੍ਹੇ ਨੇ, ਤੁਸੀਂ 23 DC ਤੇ 23 SSP ਪਹਿਲਾਂ ਆਈਡੈਂਟੀਫਾਈ ਕਰੋ ਕਿ ਕੌਣ ਬਿਲਕੁਲ ਓਨੈਸਟ ਤੇ ਇਮਾਨਦਾਰ ਨੇ, ਜਿਹੜੇ ਟੂ ਦ ਕੋਰ। ਮੇਰਾ ਖਿਆਲ ਆ ਪੰਜਾਬ 'ਚੋਂ ਇੰਨੇ ਸੈਂਕੜੇ ਹਜ਼ਾਰਾਂ ਅਫਸਰਾਂ 'ਚੋਂ 100 ਅਫਸਰ ਲੱਭਣਾ ਬਹੁਤ ਸੌਖਾ ਵਾ।
ਉਹ ਜਿਹੜੇ ਅਫਸਰ ਹੋਣਗੇ ਉਹ ਖੁੱਡੇ ਲਾਈਨ ਲੱਗੇ ਹੋਣਗੇ, ਉਹਨਾਂ ਨੂੰ ਕੋਈ ਸਰਕਾਰ ਫੀਲਡ ਪੋਸਟਿੰਗ ਅੱਛੀ ਪੋਸਟਿੰਗ ਨਹੀਂ ਦਿੰਦੀ। ਪਰ ਜੇ ਆਪਾਂ ਹੁਣ ਫੀਲਡ ਆਣਾ ਨੂੰ ਇੱਧਰ ਉੱਧਰ ਸਿਰਫ ਟਰਾਂਸਫਰ ਕਰਤਾ, ਦੈਟ ਮੀਨਸ ਕਿ ਤੁਹਾਡੀ ਉਹਦੇ ਤੇ ਕੋਈ ਪੁਖਤਾ ਨੀਤੀ ਨਹੀਂ ਹੈ। ਫਿਰ ਇਹਨਾਂ ਤੋਂ ਗਲਤੀ ਹੋਈ ਆ ਰਾਜ ਸਭਾ ਦੀ, ਉਹ ਮੰਨਣ ਤੇ ਚਾਹੇ ਨਾ ਮੰਨਣ। ਜਿਹੜੇ 2 ਆਦਮੀ ਇਹਨਾਂ ਨੇ ਸੀਟਾਂ ਉਹ ਵੇਚੀਆਂ ਨੇ, ਚਾਹੇ ਉਹ ਲਵਲੀ ਯੂਨੀਵਰਸਿਟੀ ਵਾਲੇ ਨੂੰ, ਚਾਹੇ ਉਹ ਸਨੀ ਜਿਹੜਾ ਰਿਐਲਟਰ ਹੈਗਾ ਲੁਧਿਆਣੇ ਦਾ, ਦਿੱਲੀ ਰਹਿੰਦਾ, ਜਿਹੜਾ ਪ੍ਰੋਪਰਟੀ ਡੀਲਰ ਹੈ, ਉਹਨਾਂ ਦਾ ਕੋਈ ਸਰੋਕਾਰੀ ਨਹੀਂ ਸੀ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਦੇ ਦਰੀਆਂ ਚੱਕਣ ਵਾਲੇ ਹੋਰ ਰਹੇ, ਜਿਨ੍ਹਾਂ ਲੋਕਾਂ ਦੇ ਕੇਸਿਸ ਰਜਿਸਟਰ ਹੋਏ ਨੇ, ਜਿਹੜੇ ਬੂਥਾਂ 'ਤੇ ਖੜੇ ਲੜੇ, ਉਹਨਾਂ 'ਚੋਂ ਕਿਸੇ ਨੂੰ ਬਣਾਇਆ ਹੀ ਨਹੀਂਗਾ। ਤੇ ਜਿਹੜੇ ਦੂਜੇ ਵੀ ਬਣਾਏ ਨੇ ਰਾਘਵ ਚੱਡਾ ਵਗੈਰਾ, ਉਹ ਦੇ ਆਰ ਆਈ ਵੁੱਡ ਸੇ ਦੇ ਹੈਵ ਨਥਿੰਗ ਟੂ ਡੂ ਵਿਦ ਪੰਜਾਬ। ਤੁਸੀਂ ਦੇਖਿਆ ਕਿ ਚੰਡੀਗੜ੍ਹ ਸਾਡੇ ਤੋਂ ਹਕੂਕ ਖੋਏ ਜਾ ਰਹੇ ਸੀਗੇ ਤੇ ਰਾਘਵ ਚੱਡਾ ਲੈਕਮੀ ਸ਼ੋਅ ਦੇ ਉੱਤੇ ਫੈਸ਼ਨ ਕੋਈ ਵਟਐਵਰ ਰੈਂਪ ਵਾਕ ਕਰ ਰਿਹਾ ਸੀਗਾ। ਆ ਜਿਹੜੇ ਮੁੱਦੇ ਸੀਗੇ, ਪੰਜਾਬ ਦੇ ਹੱਕਾਂ ਦੀ ਗੱਲ ਕਰੀਏ, BBMB ਮੁੱਦਾ ਹੈ, ਜਾਂ ਚੰਡੀਗੜ੍ਹ ਦੀ ਗੱਲ ਕਰ ਲਈਏ, ਜਾਂ ਪੰਜਾਬ ਦੀ ਗੱਲ ਕਰ ਲਈਏ, ਤਾਂ ਜਿੰਨੇ ਵੀ ਰਾਜ ਸਭਾ ਮੈਂਬਰ ਹੈ ਮੋਸਟਲੀ ਇਹ ਚੁੱਪ ਦੇਖੇ ਜਾਂਦੇ ਆ, ਬੋਲੇ ਹੀ ਨਹੀਂ ਇਸ ਗੱਲ। ਉਹਦੇ ਕਾਰਨ 2 ਨੇ ਨਾ। ਇੱਕ ਤਾਂ ਇਹਨਾਂ ਨੂੰ ਪੰਜਾਬ ਨਾਲ ਕੋਈ ਪਿਆਰ ਨਹੀਂਗਾ, ਇਸ ਕਰਕੇ ਨਹੀਂ ਬੋਲਦੇ। ਦੂਸਰਾ ਡਰਦੇ ਨੇ। ਤੁਸੀਂ ਦੱਸੋ ਮੈਨੂੰ, ਲਵਲੀ ਯੂਨੀਵਰਸਿਟੀ ਕਿੱਡਾ ਵੱਡਾ ਉਹਦਾ ਐਮਪਾਇਰ ਆ ਐਜੂਕੇਸ਼ਨ ਦਾ, ਕੀ ਉਹ BJP ਦੇ ਖਿਲਾਫ ਬੋਲ ਸਕਦਾ ਵਾ? ਇੱਕ ਦਿਨ ਬੋਲੂਗਾ, ਅਗਲੇ ਦਿਨ ਉਹਦੀ ਯੂਨੀਵਰਸਿਟੀ ਲੋਕ ਕਰਾ ਦੇਣਗੇ, ED ਦਾ ਰੇਟ ਪਵਾ ਦੇਣਗੇ। ਸੋ ਇਹ ਤਾਂ ਲੋਕ ਨੇ ਸਿਰਫ ਆਪਣਾ ਸਟੇਟਸ ਲੈਣ ਵਾਸਤੇ ਪੈਸੇ ਖਰਚ ਕੇ ਤੇ ਰਾਜ ਸਭਾ ਦੇ ਮੈਂਬਰ ਬਣ ਗਏ ਨੇ, ਦੈਟਸ ਆਲ। ਕੋਈ ਵੀ ਨਹੀਂ ਬੋਲੇਗਾ ਇਹਨਾਂ 'ਚੋਂ। ਔਰ ਜਿਹੜੇ ਸੰਦੀਪ ਪਾਠਕ ਤੇ ਰਾਘਵ ਚੱਡਾ, ਉਹਨਾਂ ਨੂੰ ਦਿਲੋਂ ਪੰਜਾਬ ਨਾਲ ਪਿਆਰ ਹੀ ਨਹੀਂਗਾ। ਉਹਨਾਂ ਨੂੰ ਪਿਆਰ ਆਪਣੀ ਸਟੇਟ ਨਾਲ ਹੋਊਗਾ, ਚਾਹੇ ਉਹ ਦਿੱਲੀ ਆ, ਚਾਹੇ ਉਹ ਹਰਿਆਣਾ ਵਾ। ਤੇ ਹਲੇ ਤਾਂ ਸਾਡੇ ਬਹੁਤ ਸਾਰੇ ਇਸ਼ੂਜ਼ ਹੋਣੇ, ਹਲੇ ਤਾਂ SYL ਦਾ ਮਸਲਾ ਆਉਣ ਲੱਗਾ ਹੁਣ, ਕਿਉਂਕਿ ਹਾਈ ਕੋਰਟ ਨੇ ਸਾਡੇ ਖਿਲਾਫ ਰੂਲ ਕੀਤਾ ਹੋਇਆ, ਸੁਪਰੀਮ ਕੋਰਟ ਨੇ ਸਾਡੇ ਖਿਲਾਫ ਹੀ ਰੂਲ ਕਰਨਾ ਵਾ। I mean, I'm not commenting on the facts of the case, or I'm not trying to, belittle the dignity of the Supreme Court, but ਸਾਨੂੰ ਪਤਾ ਵਾ ਕਿ ਇਹ ਸਾਰੇ ਦੇਸ਼ ਦਾ ਸਿਸਟਮ ਸਾਡੇ ਪੰਜਾਬ ਦੇ ਖਿਲਾਫ ਬਣਿਆ ਹੋਇਆ ਵਾ, ਗਵਰਨਮੈਂਟ ਵੀ ਖਿਲਾਫ ਆ ਔਰ ਸਾਰਾ ਸਿਸਟਮ ਖਿਲਾਫ ਹੈ। ਇਹ ਸਾਡੇ ਫੈਸਲਾ ਖਿਲਾਫ ਹੋਣਾ ਵਾ, ਤੇ ਫਿਰ ਰਾਘਵ ਚੱਡਾ ਬੋਲੂਗਾ ਪੰਜਾਬ ਦੇ ਹੱਕ ਵਿੱਚ, ਕੇਜਰੀਵਾਲ ਬੋਲੂਗਾ ਪੰਜਾਬ ਦੇ ਹੱਕ ਵਿੱਚ। ਇਹ ਤਾਂ ਭਗਵੰਤ ਮਾਨ ਨੂੰ ਆਪਣਾ ਇੱਕ ਮਾਈਂਡ ਬਣਾਉਣਾ ਪੈਣਾ ਵਾ ਕਿ ਕੀ ਮੈਂ ਇਹਨਾਂ ਨੂੰ ਕਿਸ ਲਿਮਿਟ ਤੱਕ ਮੈਂ ਦਿੱਲੀ ਵਾਲਿਆਂ ਨੂੰ ਆਪਣੀ ਗਵਰਨਮੈਂਟ ਇੰਟਰਫੇਰੈਂਸ ਕਰਨ ਦੇਣੀ ਆ, ਕਿਉਂਕਿ ਜਿੰਨਾ ਇਹ ਅਲਾਓ ਕਰੀ ਜਾਣਗੇ ਉਨਾ ਉਹ ਇੰਟਰਫੇਅਰ ਜ਼ਿਆਦਾ ਕਰੀ ਜਾਣਗੇ। ਲੱਗਦਾ ਉਹ ਆਪਣਾ ਮਾਈਂਡ ਨਹੀਂ ਬਣਾ ਪਾ ਰਹੇ। ਦੇਖੋ ਅੱਜ ਤੱਕ ਜੇ ਤੁਸੀਂ ਭਗਵੰਤ ਮਾਨ ਦਾ ਸਾਰਾ ਜਿਹੜਾ ਬੋਡੀ ਲੈਂਗੁਏਜ ਦੇਖੋ, ਜਿਹੜਾ ਕੌਨਫੀਡੈਂਸ ਉਹ ਐਜ਼ ਮੈਂਬਰ ਪਾਰਲੀਮੈਂਟ ਐਗਜ਼ਿਬਿਟ ਕਰਦੇ ਸੀਗੇ, ਐਜ਼ ਚੀਫ ਮਿਨਿਸਟਰ ਨਹੀਂਗਾ। ਕੱਲ੍ਹ ਉੱਥੇ ਬੋਲਦੇ ਫਾਜ਼ਿਲਕਾ ਕੀ ਕਹਿ ਕੇ ਗਏ ਨੇ ਕਿ ਅਸੀਂ ਪੰਜਾਬ ਨੂੰ ਇਸ ਤਰ੍ਹਾਂ ਦਾ ਇੱਕ ਦੇਸ਼ ਬਣਾਉਣਾ, ਸੂਬਾ ਬਣਾਉਣਾ ਜਿੱਥੇ ਗੋਰੇ ਆਣ ਕੇ ਨੌਕਰੀਆਂ ਮੰਗਿਆ ਕਰਨਗੇ। ਨਾਓ ਦਿਸ ਇਜ਼ ਐਕਚੁਅਲੀ ਏ ਵੈਰੀ ਲਾਫੇਬਲ ਸਟੇਟਮੈਂਟ, ਕਿਉਂਕਿ ਜਿਹੜੇ ਸਾਡੇ ਬੱਚੇ ਵਿਦੇਸ਼ਾਂ ਜਾ ਰਹੇ ਨੇ, ਇਹ ਕੱਲ੍ਹ ਪਰਸੋਂ ਦੇ ਨਹੀਂ ਗਏ, ਇਹ ਪਿਛਲੇ 2-3 ਦਹਾਕਿਆਂ ਤੋਂ ਮਾਈਗ੍ਰੇਸ਼ਨ ਸ਼ੁਰੂ ਹੋਈ ਸੀਗੀ। ਔਰ ਮਾਈਗ੍ਰੇਸ਼ਨ ਵਿਦ ਅ ਕੌਜ਼ ਆ, ਕਿਉਂਕਿ ਇੱਥੇ ਲੋਕਾਂ ਕੋਲ ਜੌਬਸ ਨਹੀਂ ਗਏ, ਇੱਥੇ ਗੁਰਬਤ ਬੜੀ ਆ, ਇੱਥੇ ਕੋਈ ਓਪਰਚੁਨਿਟੀਜ਼ ਨਹੀਂ, ਕਰਪਸ਼ਨ ਬਹੁਤ ਆ। ਤੇ ਹੁਣ ਤੁਸੀਂ ਇੱਕ ਸਟੇਟਮੈਂਟ ਦੇ ਕੇ ਇਹ ਕਹਿ ਰਹੇ ਹੋ ਕਿ ਮੈਂ ਇੱਦਾਂ ਦਾ ਮਾਹੌਲ ਬਣਾ ਦੂੰਗਾ ਕਿ ਗੋਰੇ ਆਇਆ ਕਰਨਗੇ ਇੱਥੇ ਨੌਕਰੀ ਕਰਨ ਵਾਸਤੇ। ਸੋ ਇਹ ਡਾਈਜੈਸਟੇਬਲ ਸਟੇਟਮੈਂਟ ਨਹੀਂ, ਹਜਮ ਨਹੀਂ ਹੁੰਦੀ। ਸੋ ਚੀਫ ਮਿਨਿਸਟਰ ਨੂੰ ਉਹ ਗੱਲ ਕਹਿਣੀ ਚਾਹੀਦੀ ਜਿਹੜੀ ਗਰਾਊਂਡ ਰਿਐਲਿਟੀ ਨਾਲ ਢੁੱਕਦੀ ਹੋਵੇ। ਹਾਂ, ਇਹ ਕਹਿ ਦਿੰਦੇ ਕਿ ਮੈਂ ਕੋਸ਼ਿਸ਼ ਕਰੂੰਗਾ ਕਿ ਬੱਚੇ ਜਿਹੜੇ ਵਿਦੇਸ਼ਾਂ ਨੂੰ ਜਾਂਦੇ ਨੇ ਇਨ ਸਰਚ ਆਫ ਜੌਬਸ, ਮੈਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰੂੰਗਾ। ਆਈਲ ਕ੍ਰੀਏਟ ਮੋਰ ਜੌਬ, ਆਈਲ ਕ੍ਰੀਏਟ ਮੋਰ ਓਪਰਚੁਨਿਟੀਜ਼ ਫॉर ਦ ਪੀਪਲ ਆਊਟ ਹੇਅਰ। ਇਸ ਤਰ੍ਹਾਂ ਨਾਲ ਤਾਂ ਕਹਿ ਸਕਦੇ। ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਉਹਨਾਂ ਦਾ ਜਿਹੜਾ ਕੌਨਫੀਡੈਂਸ ਲੈਵਲ ਸੀਗਾ ਉਹ 100% ਠੀਕ ਹੈ। ਕਿ ਜਿਹੜੇ ਬਰਨਿੰਗ ਇਸ਼ੂਜ਼ ਆ ਸਟੇਟ ਦੇ, ਉਹਦੇ ਤੇ ਦੇ ਆਰ ਨਾਟ ਬੀਨ ਏਬਲ ਟੂ ਮੇਕ ਅਪ ਦ ਮਾਈਂਡ। ਜਿਹੜਾ ਸੁਮੇਧ ਸਿੰਘ ਸੈਣੀ ਨੂੰ ਹਾਈ ਕੋਰਟ ਨੇ ਪਿਛਲੇ ਕੁਛ ਦਿਨਾਂ ਤੋਂ ਰਿਲੀਫ ਬਰਕਰਾਰ ਰੱਖੀ ਆ, ਉੱਥੇ ਸਾਹਮਣੇ ਆਇਆ ਕਿ ਪੰਜਾਬ ਦਾ ਐਡਵੋਕੇਟ ਜਨਰਲ ਨੇ ਜਾ ਕੇ ਉੱਥੇ ਬਿਆਨ ਦਿੱਤਾ ਕਿ ਸਾਨੂੰ ਇਹ ਕਿਸੇ ਕੇਸ ਵਿੱਚ ਨਹੀਂ ਚਾਹੀਦਾ, ਸਿਰਫ ਕੋਈ ਇੱਕ ਕੋਠੀ ਦਾ ਕੇਸ ਆ ਸੁਮੇਧ ਸਿੰਘ ਸੈਣੀ ਦੇ ਖਿਲਾਫ, ਸਾਨੂੰ ਇਹਦੇ ਵਿੱਚ ਇਹਦੀ ਲੋੜ ਹੈਗੀ ਆ। ਨਾਓ ਦਿਸ ਇਜ਼ ਐਬਸੋਲੂਟਲੀ ਵਾਟ ਸ਼ੁਡ ਆਈ ਸੇ ਕਿ ਐਰੋਨੀਅਸ ਸਟੇਟਮੈਂਟ ਆ, ਮਿਸਲੀਡਿੰਗ ਸਟੇਟਮੈਂਟ ਆ। ਕਿਉਂਕਿ ਸੁਮੇਧ ਸਿੰਘ ਸੈਣੀ 2015 'ਚ DGP ਸੀਗਾ, ਜਦੋਂ ਕੋਟਕਪੂਰਾ ਗੋਲੀ ਚੱਲੀ ਇਹ DGP ਸੀਗਾ, ਜਦੋਂ ਬਾਈਬਲ ਕਲਾਂ 2 ਸਿੱਖ ਨੌਜਵਾਨ ਮਾਰੇ ਇਹੀ DGP ਸੀਗਾ, ਜਿੰਨੀਆਂ ਬੇਅਦਬੀਆਂ ਹੋਈਆਂ ਗੁਰੂ ਗ੍ਰੰਥ ਸਾਹਿਬ ਦੀਆਂ, ਚਾਹੇ ਮਲਕੇ ਸੀ ਚਾਹੇ ਬਰਗਾੜੀ ਸੀਗੀਆਂ, ਇਹ DGP ਸੀਗਾ। ਔਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਬਹੁਤ ਵਿਸਥਾਰ ਨਾਲ ਇਹਦਾ ਰੋਲ ਡਿਫਾਈਨ ਕੀਤਾ ਹੋਇਆ। ਇਹਦਾ ਆਪਣਾ ਐਫੀਡੇਵਿਟ ਆ ਕਿ ਮੈਨੂੰ 14 ਅਕਤੂਬਰ 2015 ਦੀ ਤੜਕੇ 2 ਵਜੇ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਦਾ ਫੋਨ ਆਇਆ। ਉਦਣ ਹੀ ਗੋਲੀ ਚੱਲਦੀ ਹੈ ਕੋਟਕਪੂਰੇ, ਉਦਣ ਹੀ ਬਾਈਬਲ ਕਲਾਂ 2 ਨੌਜਵਾਨ ਮਾਰੇ ਜਾਂਦੇ ਨੇ, ਤੇ ਆਮ ਆਦਮੀ ਪਾਰਟੀ ਕਹਿੰਦੀ ਸਾਨੂੰ ਲੋੜ ਹੀ ਨਹੀਂ ਇਹਦੀ ਹੈਗੀ। ਸੋ ਜਿਹੜਾ ਆਦਮੀ ਇੱਕ ਮੇਨ ਅਕਿਊਜ਼ਡ ਆ, ਇੱਕ ਮੇਨ ਕਲਪਰੇਟ ਆ, ਇਹ ਇਸ ਨੂੰ ਛੱਡ ਰਹੇ। ਔਰ ਇੱਥੇ ਬਸ ਨਹੀਂ, ਉਹਨੂੰ ਛੱਡ ਰਹੇ ਨੇ, ਤੇ ਜਿਹੜੇ SIT ਦੇ 2 ਆਫਿਸਰਸ ਮੈਂ ਪਹਿਲਾਂ ਜ਼ਿਕਰ ਕੀਤਾ ਉਹਨਾਂ ਨੂੰ ਅੱਛੀਆਂ ਪੋਸਟਾਂ ਦੇ ਰਹੇ ਨੇ। So that means there is either confusion in the mind of Bhagwant Mann, or there is some pressure from some extraneous pressure। ਦਿੱਲੀ ਤੋਂ ਆ ਕਿੱਥੋਂ ਆਏ ਤਾਂ ਹੁਣ ਭਗਵੰਤ ਸਿੰਘ ਮਾਨ ਹੀ ਦੱਸ ਸਕਦੇ ਜੀ। ਪਰ ਸਾਲ ਕੁ ਪਹਿਲਾਂ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਸੀਗਾ ਕਿ ਕੁੰਵਰ ਵਿਜੇ ਪ੍ਰਤਾਪ ਨੇ ਬੇਅਦਬੀ ਮਾਮਲਾ ਕੋਈ ਸੋਲਵ ਨਹੀਂ ਕਰਨਾ, ਕੁਛ ਨਹੀਂ ਕਰਨਾ, ਇਹ ਸਿਰਫ ਪਲੇਟਫਾਰਮ ਬਣਾ ਰਹੇ ਆ ਪੋਲੀਟਿਕਸ 'ਚ ਆਉਣ ਦਾ। ਨਹੀਂ ਦੇਖੋ, ਕੁੰਵਰ ਵਿਜੇ ਪ੍ਰਤਾਪ ਦੀ ਇੱਕ ਗੱਲ ਤਾਂ ਮੈਂ ਪੁਆਇੰਟ ਆਊਟ ਜ਼ਰੂਰ ਕਰੂੰਗਾ ਕਿ ਇਹਨੂੰ ਬਹੁਤ ਫ੍ਰੀ ਹੈਂਡ ਦਿੱਤਾ ਸੀ ਕੈਪਟਨ ਅਮਰਿੰਦਰ ਸਿੰਘ ਨੇ।
ਕਦੀ ਇਹਨੂੰ ਪੁੱਛਿਆ ਨਹੀਂ ਸੀਗਾ, ਮੈਨੂੰ ਪਤਾ ਜਿਹੜੀ ਅੰਦਰਲੀ ਗੱਲ ਸੀਗੀ। ਤਾਂ ਇਸ ਨੇ ਵੀ ਬਹੁਤ ਚਲਾਨ ਰਿਪੀਟਡਲੀ, ਮੇਰੇ ਖਿਆਲ ਸ਼ਾਇਦ ਮਲਟੀਪਲ ਚਲਾਨ ਪੇਸ਼ ਕੀਤੇ, ਪਰ ਜਿਹਨੂੰ ਕਹਿੰਦੇ ਹੁੰਦੇ ਕਿ ਜੜ ਤੱਕ ਇਹ ਵੀ ਨਹੀਂ ਗਿਆ ਉੱਥੇ। ਔਰ ਜਿਹੜੀ ਇਹਦੀ ਸਾਰੀ ਇਨਵੈਸਟੀਗੇਸ਼ਨ ਸੀ ਕੁੰਵਰ ਵਿਜੇ ਪ੍ਰਤਾਪ ਦੀ, ਉਹ ਤੁਸੀਂ ਦੇਖਿਆ ਕਿ ਹਾਈ ਕੋਰਟ ਨੇ ਕਿੱਦਾਂ ਟਰੈਸ਼ ਕੀਤੀ, ਉਹ ਸਾਰੀ ਕੁਆਸ਼ ਹੀ ਕਰਤੀਆਂ ਪ੍ਰੋਸੀਡਿੰਗਸ। ਸੋ ਦੇਅਰਫੋਰ ਦੇयर ਸਮਥਿੰਗ ਰੋਂਗ ਵਿਦ ਦ ਇਨਵੈਸਟੀਗੇਸ਼ਨ। ਔਰ ਜਿਸ ਟਾਈਮਿੰਗ ਦੇ ਨਾਲ ਇਹਨਾਂ ਨੇ ਅਲਟੀਮੇਟਲੀ ਇਸਤੀਫਾ ਦਿੱਤਾ ਔਰ ਫਿਰ ਆਮ ਆਦਮੀ ਪਾਰਟੀ ਜੁਆਇਨ ਕਰ ਲਈ, ਉਹ 2+2 ਤਾਂ ਨਜ਼ਰ ਆਉਂਦਾ ਵਾ ਕਿ ਇਹ ਬੇਅਦਬੀਆਂ ਦੇ ਉੱਤੇ ਇੰਟਰਵਿਊਜ਼ ਵਗੈਰਾ ਦੇ ਕੇ ਪਬਲਿਸਿਟੀ ਲੈ ਕੇ ਹੀ ਹੈਡ ਸਮ ਪੋਲੀਟੀਕਲ ਐਂਬਿਸ਼ਨਸ। ਚਲੋ ਉਹ ਆਪਾਂ ਪੁਰਾਣਾ ਚੈਪਟਰ ਛੱਡ ਦਿੰਦੇ। ਹੁਣ ਬੇਅਦਬੀਆਂ ਤੇ ਸਟੇਟਮੈਂਟ ਮੈਨੂੰ ਦਿਖਾਈ ਇੱਕ ਦਿਨ ਨਵਜੋਤ ਸਿੱਧੂ ਨੇ ਵੀਡੀਓ ਦਿਖਾਈ ਸੀਗੀ। अरविंद केजरीवाल ने प्रॉमिस किया कि जब हमारी सरकार बनेगी हम 24 घंटे में बेअदबियों का मसला सॉल्व करेंगे। सो हुण की करना चाहिए ਸੀ ਉਹਨਾਂ ਕੋਲ। ਕੁੰਵਰ ਵਿਜੇ ਪ੍ਰਤਾਪ ਵੀ ਉਹਨਾਂ ਦਾ ਐਮਐਲਏ ਬਣ ਗਿਆ ਵਾ, ਸਰਕਾਰ ਇਹਨਾਂ ਦੇ ਕੋਲ ਆ, ਹੋਮ ਡਿਪਾਰਟਮੈਂਟ ਇਹਨਾਂ ਦੇ ਕੋਲ ਹੈ, ਐਡਵੋਕੇਟ ਜਨਰਲ ਇਹਨਾਂ ਦਾ ਵਾ, ਡੀਜੀਪੀ ਇਹਨਾਂ ਦਾ ਵਾ, ਤੇ ਹੁਣ ਇਹਨਾਂ ਨੂੰ ਬੇਅਦਬੀ ਤੇ ਇੱਕ ਪਿਛਲੇ 30 ਦਿਨਾਂ 'ਚ ਕਿਸੇ ਨੇ ਇੱਕ ਬਿਆਨ ਨਹੀਂ ਦਿੱਤਾ। ਦੈਟ ਸ਼ੋਜ਼ ਦੀ ਨਾਨ ਸੀਰੀਅਸਨੈਸ ਆਫ ਆਮ ਆਦਮੀ ਪਾਰਟੀ ਐਜ਼ ਫਾਰ ਐਜ਼ ਇੰਪੋਰਟੈਂਟ ਇਸ਼ੂਜ਼ ਆਰ ਕੰਸਰਨਡ। ਮੈਂ ਮਾਈਨਿੰਗ ਦੀ ਗੱਲ ਕਰ ਰਿਹਾ ਸੀ, ਮੈਂ ਕੱਲ੍ਹ ਪਰਸੋਂ ਮੀਡੀਆ ਨੂੰ ਮਿਲਿਆ ਚੰਡੀਗੜ੍ਹ। ਹੁਣ ਮਾਈਨਿੰਗ ਹਾਲੇ ਵੀ ਪੰਜਾਬ ਦੇ ਵਿੱਚ ਰੇਤਾ ਜਿਹੜੀ ਆ ਉਹ ਮਾਈਨਿੰਗ ਵੀ ਹੋ ਰਹੀ ਆ ਤੇ ਰੇਤਾ ਦੀ ਕੋਸਟ ਵੱਧ ਚੁੱਕੀ। ਇਹ ਕਹਿੰਦੇ ਅਸੀਂ ਇੱਕ ਨੀਤੀ ਬਣਾਉਣੀ ਆ, ਅਸੀਂ ਮਾਈਨਿੰਗ ਨੂੰ ਠੀਕ ਕਰਾਂਗੇ, ਕਿਉਂਕਿ ਕੇਜਰੀਵਾਲ ਨੇ, ਮੈਨੂੰ ਯਾਦ ਹੈ ਅੱਛੀ ਤਰ੍ਹਾਂ, ਇੱਕ ਮੀਟ ਦਾ ਪ੍ਰੈਸ ਪ੍ਰੋਗਰਾਮ 'ਚ ਕਿਹਾ ਸੀਗਾ ਚੰਡੀਗੜ੍ਹ, ਕਿ ਉਹਨੂੰ ਪੁੱਛਿਆ ਕਿ ਤੁਸੀਂ ਜਿਹੜੀਆਂ 4 ਗਾਰੰਟੀਜ਼ ਦੇ ਰਹੇ ਹੋ, ਕਹਿ ਰਹੇ ਹੋ ਅਬਾਊਟ ਫ੍ਰੀ ਇਲੈਕਟ੍ਰਿਸਿਟੀ ਐਂਡ 1000 ਰੁਪੀਜ਼ ਟੂ ਵੂਮਨ, ਇਹ ਤੁਸੀਂ ਪੈਸਾ ਕਿੱਥੋਂ ਲੈ ਕੇ ਆਓ? ਉਹਨਾਂ ਨੇ 2 ਗੱਲਾਂ ਗਣਾਈਆਂ ਸਰ। ਉਹਨਾਂ ਨੇ ਕਿਹਾ ਜੀ ਇੱਕ ਤਾਂ 20,000 ਕਰੋੜ ਦਾ ਅਸੀਂ ਗੈਰ ਕਾਨੂੰਨੀ ਮਾਈਨਿੰਗ ਬੰਦ ਕਰਾਂਗੇ ਤੇ 20,000 ਕਰੋੜ ਰੁਪਇਆ ਅਸੀਂ ਖਜ਼ਾਨੇ 'ਚੋਂ ਪਾਵਾਂਗੇ। ਦੂਸਰਾ ਉਹਨਾਂ ਨੇ ਕਿਹਾ ਕਿ 1,70,000 ਕਰੋੜ ਦਾ ਬਜਟ ਹੈ ਪੰਜਾਬ ਦਾ, ਉਹਦੇ 'ਚੋਂ ਲੋਕ ਤਾਂ ਜ਼ਿਆਦਾ ਕਹਿੰਦੇ ਨੇ ਲੇਕਿਨ 20% ਵੀ ਕਰਪਸ਼ਨ ਹੋਵੇ ਤਾਂ 34,000 ਕਰੋੜ ਰੁਪਇਆ ਮੈਂ ਉਹ ਪੈਸਾ ਕੱਢੂੰਗਾ। ਹਾਲਾਂਕਿ ਉਹ ਭੁੱਲ ਗਏ ਕਿ ਸਾਰਾ 1,70,000 ਕਰੋੜ ਰੁਪਇਆ ਡਿਵੈਲਪਮੈਂਟ 'ਤੇ ਨਹੀਂ ਲੱਗਦਾ, ਇਹਦੇ 'ਚ ਕੁਛ ਫਿਕਸਡ ਐਕਸਪੈਂਡੀਚਰ ਹੈ, ਜਿੱਦਾਂ ਤਨਖਾਹਾਂ ਨੇ, ਪੈਨਸ਼ਨਾਂ ਨੇ, ਉਹਦੇ 'ਚੋਂ ਤਾਂ ਕਰਪਸ਼ਨ ਹੋ ਹੀ ਨਹੀਂ ਸਕਦੀ। ਪਰ ਚਲੋ ਹੈਵਿੰਗ ਸੈਡ ਦੈਟ, ਉਹਨਾਂ ਨੇ 34,000 ਕਰੋੜ ਇੱਕ ਤੇ 20,000 ਕਰੋੜ 54,000 ਕਰੋੜ ਦਾ ਵਾਅਦਾ ਕੀਤਾ ਸੀ। ਹੁਣ ਮੈਨੂੰ ਮਾਈਨਿੰਗ ਤੇ ਦੱਸੋ ਕਿ ਜੇ 20,000 ਕਰੋੜ ਰੁਪਏ ਦੀ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਤੇ ਆਪਾਂ 20,000 ਕਰੋੜ ਰੁਪਏ ਦੀ ਆਕਸ਼ਨ ਕਰਾਂਗੇ ਪੰਜਾਬ ਦੇ ਵਿੱਚ, ਤੇ ਰੇਤਾ ਕਿੰਨੀ ਮਹਿੰਗੀ ਮਿਲੇਗੀ? ਅੱਜ ਤਾਂ ਸਿਰਫ 600-700 ਜਾਂ 1000 ਕਰੋੜ ਰੁਪਏ ਦੀ ਰੈਵਨਿਊ ਆ ਪੰਜਾਬ ਸਰਕਾਰ ਨੂੰ, ਤੇ ਰੇਤਾ ਦੀ ਟਰਾਲੀ ਹੈਗੀ ਆ ਵਾਟਐਵਰ 8-10-12,000 ਰੁਪਇਆ। ਜੇ ਉਹਨੂੰ 20 ਗੁਣਾ ਕੋਸਟ ਕਰਾਂਗੇ, 20,000 ਕਰੋੜ ਰੁਪਏ ਦੀ ਰੈਵਨਿਊ ਜਨਰੇਟ ਕਰਾਂਗੇ, ਤੇ 20 ਗੁਣਾ ਹੀ ਪ੍ਰੋਡਕਟ ਕੰਸਟਰਕਸ਼ਨ ਮਟੀਰੀਅਲ ਦਾ, ਗ੍ਰੈਵਲ, ਵਾਟਐਵਰ ਸੈਂਡ ਐਂਡ ਬਜਰੀ ਵਗੈਰਾ ਸਾਰੀ ਜਿਹੜੀ 20 ਗੁਣਾ ਮਹਿੰਗੀ ਮਿਲੇਗੀ। ਸੋ ਇਜ਼ਨਟ ਦੈਟ ਅ ਮੇਜਰ ਕੰਟਰਡਿਕਸ਼ਨ? ਤੇ ਨਾਲ ਮੈਂ ਭਗਵੰਤ ਮਾਨ ਨੂੰ ਤੁਹਾਡੇ ਜ਼ਰੀਏ ਫਿਰ ਕਹਿ ਦਿੰਦਾ ਵਾਂ ਕਿ ਤੁਸੀਂ ਅਕਸਰ ਆਪੋਜੀਸ਼ਨ 'ਚ ਬੈਠੇ ਤੁਸੀਂ ਕਹਿੰਦੇ ਸੀਗੇ ਕਿ ਮਾਫੀਆ ਨੇ ਪੰਜਾਬ ਨੂੰ ਲੁੱਟਿਆ ਵਾ, ਮਾਈਨਿੰਗ ਮਾਫੀਆ ਨੇ, ਕਿਉਂਕਿ ਸਭ ਤੋਂ ਜ਼ਿਆਦਾ ਵੱਡਾ ਮਾਫੀਆ ਮਾਈਨਿੰਗ ਦਾ ਗਿਣਿਆ ਗਿਆ ਵਾ, ਮਾਈਨਿੰਗ ਮਾਫੀਆ ਨੇ ਪੰਜਾਬ ਨੂੰ ਬਹੁਤ ਲੁੱਟਿਆ। ਤਾਂ ਮੇਰੀ ਉਹਨਾਂ ਨੂੰ ਬੇਨਤੀ ਆ, ਮੈਂ ਚਿੱਠੀ ਵੀ ਲਿਖ ਕੇ ਘਲਾਈ ਆ, ਕਿ ਪਿਛਲੇ 10 ਸਾਲਾਂ ਦਾ ਤੁਸੀਂ ਇੱਕ ਵਾਈਟ ਪੇਪਰ ਜਾਰੀ ਕਰੋ। ਕਿਹੜੇ ਲੋਕ ਸੀ ਜਿਨ੍ਹਾਂ ਨੇ ਮਾਈਨਿੰਗ ਕੀਤੀ? ਅਕਸਰ ਕਿਸੇ ਦੀ ਪੈਟਰਨੇਜ ਨਾਲ ਤਾਂ ਹੋਈ ਆ। ਕਿਹੜੇ ਪੋਲੀਟੀਸ਼ੀਅਨ ਸੀਗੇ, ਕਿਹੜੇ ਬਿਊਰੋਕਰੈਟ ਸੀਗੇ, ਕਿਹੜਾ ਮਾਈਨਿੰਗ ਮਾਫੀਆ ਸੀ ਜਿਹੜਾ ਇਹ ਨੈਕਸਸ ਸੀਗਾ? ਇਹਦਾ ਸਿਰਫ ਲੋਕਾਂ ਦੀ ਕਚਹਿਰੀ ਵਿੱਚ ਤੁਸੀਂ ਇੱਕ ਕੱਚਾ ਚਿੱਠਾ ਰੱਖੋ ਕਿ ਆਹ ਪੋਲੀਟੀਕਲ ਬੰਦੇ ਸੀਗੇ, ਆਹ ਇੰਨੇ ਆਫਸਰ ਸੀਗੇ, ਤੇ ਆਹ ਜਿਹੜਾ ਮਾਈਨਿੰਗ ਮਾਫੀਆ ਸੀਗਾ, ਇਹਨਾਂ ਲੋਕਾਂ ਨੇ ਪੰਜਾਬ ਨੂੰ ਪਿਛਲੇ 10 ਸਾਲਾਂ 'ਚ, ਆਮ ਓਨਲੀ ਆਸਕਿੰਗ ਅਬਾਊਟ 10 years, ਉਹਦੇ 'ਚ ਅਕਾਲੀ ਦਲ ਦਾ ਵੀ ਰਾਜ ਆਊਗਾ, ਸਾਡਾ ਵੀ ਰਾਜ ਆਉਂਦਾ ਵਾ। ਤੇ ਜੇ ਉਹ ਵਾਈਟ ਪੇਪਰ ਨਹੀਂ ਜਾਰੀ ਕਰਦੇ, ਹਾਲਾਂਕਿ ਇਹਦੀ ਇਨਫੋਰਮੇਸ਼ਨ ਹਰ ਡਿਸਟ੍ਰਿਕਟ ਲੈਵਲ ਤੇ ਡਿਪਟੀ ਕਮਿਸ਼ਨਰ ਤੇ ਜਿਓਲੋਜੀ ਡਿਪਾਰਟਮੈਂਟ ਦੇ ਮਾਈਨਿੰਗ ਆਫਸਰਸ ਦੇ ਕੋਲ ਰੈਡੀ ਸਟੱਡੀ ਪਈ ਆ, ਤੇ ਜੇ ਹੁਣ ਇਹ ਨਹੀਂ ਦੱਸਣਗੇ ਤੇ ਇਹਦਾ ਮਤਲਬ ਕਿ ਇਹਨਾਂ ਦਾ ਰਵੱਈਆ ਵੀ ਉਹੀ ਪੁਰਾਣੀਆਂ ਸਰਕਾਰਾਂ ਵਾਲਾ। ਜਿਹੜੇ ਮੁੱਦਿਆਂ ਤੇ ਆਈ ਸੀ ਸਰਕਾਰ, ਜਿਹੜੇ ਮੁੱਦੇ ਵਾਅਦੇ ਕਰਕੇ ਆਈ ਸੀ, ਉਹਨਾਂ 'ਚੋਂ ਕੋਈ ਵੀ ਸੋਲਵ ਨਹੀਂ ਹੋਇਆ। ਈਵਨ ਤੁਸੀਂ ਦੇਖ ਲਓ ਨਾ, ਬਿਜਲੀ ਦੀ ਗੱਲ ਕਹਿ ਰਹੇ ਸੀ, ਹਲੇ ਪਹਿਲਾ ਸੈਸ਼ਨ ਲੰਘ ਗਿਆ, ਅਸੀਂ ਸੈਸ਼ਨ 'ਚ ਰੈਜ਼ੋਲੂਸ਼ਨ ਪਾਸ ਕਰਤਾ ਸੀ, 2 ਘੰਟੇ 'ਚ ਫ੍ਰੀ ਹੋ ਗਏ ਸੀ। ਉੱਥੇ 75-80 ਲੱਖ ਰੁਪਏ ਇੱਕ ਦਿਨ ਦੇ ਸੈਸ਼ਨ 'ਤੇ ਖਰਚਾ ਆਉਂਦਾ ਵਾ। ਸੋ ਮਾਈਟ ਐਜ਼ ਵੈਲ 2 ਬਿੱਲ ਤਾਂ ਪਾਸ ਕਰਾ ਲੈਂਦੇ। ਇੱਕ ਤਾਂ ਪੈਨਸ਼ਨ ਵਾਲਾ ਨਹੀਂ ਕਰਾਇਆ ਇਹਨਾਂ ਨੇ, ਭੁੱਲ ਗਏ। ਇੱਕ ਇਹਨਾਂ ਨੇ 300 ਬਿਜਲੀ ਜਿਹੜੀ ਯੂਨਿਟ ਦੇਣੀ ਆ, ਉਹ ਵੀ ਆਪਾਂ ਨੂੰ ਵੀ ਹੈਵ ਟੂ ਚੇਂਜ ਦ ਐਕਟ, ਉਹਦੇ 'ਚ 300 ਯੂਨਿਟ ਵਾਲਾ ਵੀ ਪਾਸ ਕਰਾ ਲੈਂਦੇ। 2 ਜਿਹੜੇ ਬਿਲਸ ਨੇ, ਜਾਂ ਜਿਹੜਾ ਐਜੂਕੇਸ਼ਨ ਦਾ ਇਹਨਾਂ ਨੇ ਕਿਹਾ ਕਿ ਫੀਸ ਨਹੀਂ ਵਧਾਵਾਂਗੇ, ਉਹ ਐਜੂਕੇਸ਼ਨ ਐਕਟ ਵਿੱਚ ਥੋੜ੍ਹੀ ਤਬਦੀਲੀ ਕਰਨੀ ਪੈਣੀ ਹੈ। ਸੋ ਹੀ ਕੁਡ ਹੈਵ ਡਨ ਦੈਟ ਆਲਸੋ। ਐਟਲੀਸਟ 2-3 ਅਮੈਂਡਮੈਂਟਸ ਕਰਕੇ ਸਦਨ ਦਾ ਖਰਚਾ ਵੀ ਬਚ ਜਾਂਦਾ, ਪੰਜਾਬ ਸਰਕਾਰ ਦਾ ਖਰਚਾ ਵੀ ਬਚ ਜਾਂਦਾ, ਬਟ ਸਮ ਹਾਊ ਦੇ ਹੈਵ ਡਿਫਰਡ ਇਟ। ਹੁਣ ਅਗਲਾ ਵਿਧਾਨ ਸਭਾ ਸੈਸ਼ਨ ਸਾਡਾ ਜੂਨ ਵਿੱਚ ਹੋਵੇਗਾ, ਸੋ ਦੈਟ ਮੀਨਸ ਪੈਨਸ਼ਨਸ ਵੀ ਗਈਆਂ ਜੂਨ ਤੱਕ ਜਾਣਗੀਆਂ। ਅਕਸਰ ਜਿਹਨਾਂ MLAs ਨੂੰ ਮਲਟੀਪਲ ਪੈਨਸ਼ਨਸ ਲੱਗੀਆਂ ਸੀਗੀਆਂ, ਜਾਂ ਜਿਹੜਾ ਬਿਜਲੀ ਦਾ ਬਿੱਲ ਵੀ ਲੋਕਾਂ ਨੂੰ ਉਹੀ ਦੇਣਾ ਪਵੇਗਾ ਪੁਰਾਣੇ ਰੇਟ ਦੇ ਉੱਤੇ, ਤੇ 1000 ਰੁਪਇਆ ਗਾਰੰਟੀ ਵਾਲਾ ਵੀ ਹਲੇ ਕੁਛ ਸ਼ੁਰੂ ਨਹੀਂ ਹੋਇਆ। ਸੋ ਇਹਨਾਂ ਗੱਲਾਂ ਤੋਂ ਸਾਨੂੰ ਲੱਗਦਾ ਵਾ ਕਿ ਜਿੱਦਾਂ ਉਹ ਪੂਰੇ ਦਮਗਜੇ ਮਾਰਦੇ ਹੁੰਦੇ ਸੀਗੇ, ਹੁਣ ਜਾਂ ਤਾਂ ਉਹਨਾਂ ਨੂੰ ਆਣ ਕੇ ਪਤਾ ਲੱਗਿਆ, ਖਜ਼ਾਨਾ ਦੇਖਿਆ ਕਿ ਇਹ ਤਾਂ ਹੈ ਹੀ ਕੁਛ ਨਹੀਂ, ਇਹਦੇ ਅੰਦਰ ਤਾਂ ਇੰਨਾ ਕਰਜ਼ਾ ਵਾ, ਇੰਨੀ ਜ਼ਿਆਦਾ ਲਾਇਬਿਲਿਟੀ ਹੈਗੀ, ਇੰਨਾ ਡੈਟ ਹੈਗਾ ਵਾ, ਹਾਊ ਟੂ ਐਗਜ਼ੀਕਿਊਟ ਆਵਰ ਪਲਾਨਸ। ਸੋ ਫਿਲਹਾਲ 1 ਮਹੀਨਾ 'ਚ ਚਲੋ ਪ੍ਰੀਮੈਚੁਰ ਆ, ਮੈਂ ਇੰਨੀ ਛੇਤੀ ਉਹਨਾਂ ਨੂੰ ਇਹ ਵੀ ਨਹੀਂ ਕਹਿੰਦਾ ਕਿ 1 ਮਹੀਨੇ ਦੇ ਵਿੱਚ ਅਸੀਂ I cannot make my final judgment on 1 month of their performance. We can wait for another 3, 4, 5, 6 months.
ਲੇਕਿਨ ਜਿਹੜੇ ਟੇਵਰ ਸੀਗੇ ਇਹਨਾਂ ਦੇ ਸ਼ੁਰੂਆਤੀ ਉਹ ਜ਼ਰੂਰ ਦਰਸਾਉਂਦੇ ਨੇ ਕਿ ਇਹ ਆਪਣੇ ਵਾਅਦਿਆਂ ਤੋਂ ਥੋੜ੍ਹਾ ਥੋੜ੍ਹਾ ਖਿਸਕ ਰਹੇ ਨੇ। ਤੁਹਾਨੂੰ ਯਾਦ ਹੋਵੇਗਾ ਕਿ ਜਿਹੜਾ ਹਰਪਾਲ ਚੀਮੇ ਦਾ ਘਰ ਸੀ ਸਰਕਾਰੀ, ਉਹ ਇਹਨਾਂ ਦਾ ਇੱਕ ਦਫ਼ਤਰ ਬਣਾਇਆ ਹੋਇਆ ਸੀਗਾ। ਉੱਥੇ ਹਰ ਰੋਜ਼ ਕਈ ਵਾਰੀ ਦਿਨ 'ਚ 2 ਵਾਰੀ ਪੀਸੀ ਕਰਦੇ ਸੀਗੇ। ਲਾਅ ਐਂਡ ਆਰਡਰ ਤੇ ਮੈਨੂੰ ਬਹੁਤ ਅੱਛੀ ਤਰ੍ਹਾਂ ਯਾਦ ਹੈ ਹਰਪਾਲ ਚੀਮੇ ਦਾ ਬਿਆਨ, ਰਾਘਵ ਚੱਡੇ ਦਾ ਬਿਆਨ ਔਰ ਭਗਵੰਤ ਮਾਨ ਦਾ ਕਿ ਇੱਥੇ ਪੰਜਾਬ 'ਚ ਜੰਗਲ ਦਾ ਰਾਜ ਹੈ, ਇੱਥੇ ਕੋਈ ਕਾਨੂੰਨ ਨਾਮ ਦੀ ਚੀਜ਼ ਨਹੀਂ ਗੀ, ਇੱਥੇ ਲੁੱਟ ਮਚੀ ਹੋਈ ਆ, ਇੱਥੇ ਕੋਈ ਪੁਲਿਸ ਦਾ ਕੁਛ ਪੱਲੇ ਹੀ ਕੁਛ ਨਹੀਂ ਗਾ, ਸਰਕਾਰ ਦੇ ਪੱਲੇ ਹੀ ਕੁਛ ਨਹੀਂ ਗਾ। ਹੁਣ ਤੁਸੀਂ ਇੰਨੇ ਦਿਨਾਂ 'ਚ ਕਿੰਨੇ ਕਤਲ ਦੇਖੇ ਨੇ, ਕਿੰਨੇ ਕਿਸ ਲੈਵਲ ਦਾ ਗੁੰਡਾਗਰਦੀ ਦੇਖੀ। 40 50 ਬੰਦੇ ਹਥਿਆਰ ਲੈ ਕੇ ਘੁੰਮ ਰਹੇ ਨੇ। ਦਿਨ ਦਿਹਾੜੇ ਕਬੱਡੀ ਪਲੇਅਰਸ ਨੂੰ ਗੋਲੀਆਂ ਮਾਰ ਕੇ, ਇੱਕ ਗੋਲੀ ਨਹੀਂ 20 25 ਗੋਲੀਆਂ ਮਾਰ ਕੇ ਉਹਨਾਂ ਨੂੰ ਛਲਨੀ ਕੀਤਾ ਜਾ ਰਿਹਾ ਵਾ। ਸੋ ਅਗਰ ਆਪਾਂ ਹੁਣ ਲਾਅ ਐਂਡ ਆਰਡਰ ਦੀ ਗੱਲ ਕਰੀਏ ਤਾਂ ਦੇ ਆਰ ਫਲੋਪਿੰਗ ਈਵਨ ਔਨ ਦ ਲਾਅ ਐਂਡ ਆਰਡਰ ਫਰੰਟ ਆਲਸੋ। ਇਹ 'ਚ ਪੈਸਾ ਤਾਂ ਨਹੀਂ ਲੱਗ ਰਿਹਾ ਕੋਈ ਵੀ, ਇਹਦੇ ਤਾਂ ਸਿਰਫ ਤੁਹਾਡੀ ਗੁੱਡ ਗਵਰਨੈਂਸ ਆ, ਤੁਹਾਡੀ ਪਕੜ ਆ ਪੁਲਿਸ ਦੇ ਉੱਤੇ, ਐਡਮਿਨਿਸਟ੍ਰੇਸ਼ਨ ਤੇ। ਔਰ ਮੇਰਾ ਇਹ ਮੰਨਣਾ ਵਾ ਕਿ ਜਦ ਤੱਕ ਪੁਲਿਸ ਨੂੰ ਇਹ ਡੀਪੋਲਿਟਿਸਾਈਜ਼ ਨਹੀਂ ਕਰਨਗੇ, ਜਿਹੜਾ ਇਹ ਸਿਆਸੀਕਰਨ ਹੋਇਆ ਨਾ ਪੁਲਿਸ ਦਾ, ਇਹ ਕਦੀ ਵੀ ਉਹਨੂੰ ਚੰਗਾ ਕੰਮ ਨਹੀਂ ਕਰਨ ਦੇਵੇਗੀ। ਸੋ ਅਗਰ ਆਮ ਆਦਮੀ ਪਾਰਟੀ ਵਾਕਈ ਚਾਹੁੰਦੀ ਹੈ ਪੁਲਿਸ ਤੋਂ ਪ੍ਰੋਡਕਟਿਵ ਐਕਸ਼ਨ ਲੈਣਾ, ਇਹਦੀ ਪ੍ਰੋਪਰ ਆਊਟਪੁੱਟ ਲੈਣਾ, ਇਹਨਾਂ ਦਾ ਖੇੜਾ ਛਡਾਉਣ ਜਿਹੜਾ ਇਹ ਪੋਲੀਟੀਸਾਈਜੇਸ਼ਨ ਆ, ਸਾਰੇ ਥਾਣੇਦਾਰ ਡੀਐਸਪੀ ਜਿਹੜੇ ਐਮਐਲਏਜ਼ ਦੇ ਕਹਿਣ ਤੇ ਲੱਗਦੇ ਸੀ, ਅਗਰ ਉਹ ਰਵਾਇਤ ਨਾਲ ਚੱਲਣਗੇ ਤਾਂ ਲਾਅ ਐਂਡ ਆਰਡਰ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਹੋਰ ਜ਼ਿਆਦਾ ਵੀ ਖਰਾਬ ਹੋਵੇਗਾ। ਪਰ ਦਬੀ ਆਵਾਜ਼ 'ਚ ਗੱਲਾਂ ਹੋ ਰਹੀਆਂ ਕਿ ਕਈ ਵੱਡੇ ਆਫੀਸਰਸ ਹੈ ਜਿਨ੍ਹਾਂ ਦੀ ਜੇਲ੍ਹ 'ਚ ਬੈਠੇ ਗੈਂਗਸਟਰਸ ਨਾਲ ਦੋਸਤਾਨਾ। ਫਿਰ ਗੱਲ ਉੱਥੇ ਆਉਂਦੀ ਆ ਕਿ ਜਦ ਤੱਕ ਪਹਿਲਾਂ ਭਗਵੰਤ ਮਾਨ ਆਪਣਾ ਮਾਈਂਡ ਅਪਲਾਈ ਕਰਕੇ ਅੱਛੇ ਆਫੀਸਰਸ ਆਈਡੈਂਟੀਫਾਈ ਨਹੀਂ ਕਰੂਗਾ। ਦੇਖੋ ਮੋਸਟ ਆਫੀਸਰਸ ਜਿਹੜੇ ਪਿਛਲੇ 10 15 20 ਸਾਲ ਤੋਂ ਫੀਲਡ ਵਿੱਚ ਰਹੇ ਨੇ, ਦੇ ਆਰ ਰੈਂਪੈਂਟਲੀ ਕਰਪਟ। ਉਹ ਕਦੀ ਆਪਣੀ ਐਫੀਲੀਏਸ਼ਨ, ਜਦੋਂ ਅਕਾਲੀਆਂ ਦਾ ਰਾਜ ਮੁੱਕਦਾ ਸੀ ਉਹ ਕਾਂਗਰਸ ਵਾਲਿਆਂ ਦੇ ਪੈਰ ਫੜ ਲੈਂਦੇ ਸੀਗੇ, ਜੇ ਕਾਂਗਰਸ ਦਾ ਰਾਜ ਮੁੱਕਦਾ ਸੀ ਅਕਾਲੀਆਂ ਦੇ ਪੈਰ ਫੜ ਲੈਂਦੇ ਸੀ। ਔਰ ਆਹ ਜਿਹੜੀ ਰੂਟੀਨ ਪੋਸਟਿੰਗ ਟਰਾਂਸਫਰਸ ਹੁਣ ਹੋਈਆਂ, ਇੱਦਾਂ ਹੀ ਪੁਰਾਣੀਆਂ ਸਰਕਾਰਾਂ ਕਰਦੀਆਂ ਸੀ। ਮਾਲਵੇ ਵਾਲਿਆਂ ਨੂੰ ਚੱਕ ਕੇ ਮਾਝੇ 'ਚ ਭੇਜਤਾ, ਮਾਝੇ ਵਾਲਿਆਂ ਨੂੰ ਚੱਕ ਕੇ ਦੁਆਬੇ 'ਚ ਭੇਜਤਾ, ਦੈਟਸ ਇਟ। ਬੰਦੇ ਉਹੀ ਸੀਗੇ। ਔਰ ਮੇਰਾ ਮੰਨਣਾ ਕਿ ਪੰਜਾਬ ਦੇ ਕੋਲ ਬੜੇ ਅੱਛੇ ਆਫੀਸਰਸ ਨੇ, ਲੇਕਿਨ ਉਹਨਾਂ ਨੂੰ ਜਾਣ ਬੁੱਝ ਕੇ ਪਿੱਛੇ ਕੀਤਾ ਗਿਆ ਵਾ, ਅਤੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਲਿਆ ਕੇ ਫੀਲਡ ਵਿੱਚ ਲਾਉਣਾ ਚਾਹੀਦਾ, ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਰੁਕ ਸਕਦੀਆਂ। ਜੇ ਆਪਾਂ ਤੁਹਾਡੀ ਗੱਲ ਕਰੀਏ, ਤੁਹਾਨੂੰ ਐਲਓਪੀ ਨਹੀਂ ਬਣਾਇਆ ਗਿਆ, ਪ੍ਰਤਾਪ ਬਾਜਵਾ ਨੂੰ ਬਣਾ ਦਿੱਤਾ ਗਿਆ, ਪਰ ਬਹੁਮਤ 'ਚ ਜਿਹੜੇ ਲੋਕ ਸੀਗੇ ਉਹਨਾਂ ਨੂੰ ਐ ਸੀ ਕਿ ਤੁਸੀਂ ਤੱਥਾਂ ਦੇ ਆਧਾਰ 'ਤੇ ਕਿ ਤੁਹਾਨੂੰ ਐਲਓਪੀ ਬਣਾਇਆ ਜਾਵੇ। ਤੁਹਾਨੂੰ ਲੱਗਦਾ ਹੈ ਆਮ ਆਦਮੀ ਪਾਰਟੀ 'ਚ ਜਦੋਂ ਪਿਛਲੀ ਦਿਨੀ ਤੁਸੀਂ ਗਏ ਸੀ ਉਹ ਤੁਹਾਨੂੰ ਜਾਣਾ ਭਾਰੀ ਪੈ ਗਿਆ, ਤਾਂ ਕਰਕੇ ਕਾਂਗਰਸ ਨੇ ਤੁਹਾਡੇ 'ਚ ਯਕੀਨ ਨਹੀਂ ਦਿਖਾਇਆ? ਦੇਖੋ, ਕਾਂਗਰਸ ਦਾ ਇੱਕ ਯਕੀਨ ਤਾਂ ਤੁਸੀਂ ਮੇਰੇ ਨਾਲ ਐਗਰੀ ਕਰੋਗੇ ਕਿ ਮੈਨੂੰ ਜੇਲ੍ਹ 'ਚ ਬੈਠੇ ਨੂੰ ਟਿਕਟ ਦਿੱਤੀ, ਦੈਟ ਇਟ ਸੈਲਫ ਵਾਜ਼ ਅ ਵੈਰੀ ਹਿਊਜ ਟਰਸਟ ਦੈਟ ਦ ਕਾਂਗਰਸ ਰਿਪੋਜ਼ਡ ਇਨ ਮੀ। ਹੁਣ ਐਲਓਪੀ ਬਣਨ ਵਾਸਤੇ ਜੇ ਫਰਜ਼ ਕਰੋ, ਚਲੋ ਮੇਰੇ ਕੁਛ ਲੋਕਾਂ ਨੇ ਕੰਪਲੇਂਟ ਕੀਤੀ ਜਾ ਕੇ, ਮੈਨੂੰ ਪਤਾ ਵਾ ਕਿ ਦਿੱਲੀ ਕਿ ਜੀ ਇਹ ਆਮ ਆਦਮੀ ਪਾਰਟੀ ਚਲੇ ਗਿਆ ਸੀਗਾ ਅਤੇ ਹੁਣ ਰੀਸੈਂਟਲੀ ਆਇਆ ਵਾ, ਠੀਕ ਹੈ, ਅਸੀਂ ਮੰਨ ਲਿਆ। ਐਲਓਪੀ ਜਿਸ ਨੂੰ ਵੀ ਬਣਾਉਣ ਉਹਨਾਂ ਦਾ ਅਧਿਕਾਰ ਹੈ, ਮੈਨੂੰ ਕੋਈ ਇੱਦਾਂ ਆਈ ਡੋਂਟ ਹੈਵ ਐਨੀ ਇਸ਼ੂ ਐਟ ਆਲ। ਮੈਂ ਕੈਮਰੇ ਵੱਲ ਨੂੰ ਦੇਖ ਕੇ ਕਹਿ ਦਿੰਦਾ ਕਿ ਦੇਖੋ, ਦੁਨੀਆ 'ਚ ਜ਼ਿੰਦਗੀ 'ਚ ਸਭ ਐਂਬੀਸ਼ਨ ਰੱਖਦੇ ਨੇ, ਪਰ ਇਹਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਨਹੀਂ ਬਣਾਇਆ ਤਾਂ ਤੁਸੀਂ ਬਹੁਤ ਕੋਈ ਖਫਾ ਹੋ ਗਿਆ। ਆਈ ਐਮ ਨਾਟ ਐਟ ਆਲ ਐਂਗਰੀ, ਆਈ ਐਮ ਐਬਸੋਲੂਟਲੀ ਇਨ ਗੁੱਡ ਸਪਿਰਿਟ। ਔਰ ਐਲਓਪੀ ਦਾ ਕੀ ਹੁੰਦਾ ਕਿ ਤੁਹਾਡੇ ਕੋਲ ਸਿਰਫ ਇੱਕ ਐਸਟੈਬਲਿਸ਼ਡ ਪਲੇਟਫਾਰਮ ਆ ਜਾਂਦਾ, ਉਹਦੇ 'ਚ ਤੁਹਾਡੀ ਗੱਲ ਕਹੀ ਹੋਈ ਦਾ ਜ਼ਰਾ ਵਜਨ ਜ਼ਿਆਦਾ ਆਉਂਦਾ। ਬਟ ਆਈ ਹੈਵ ਸੀਨ ਕਿ ਜਦੋਂ ਦਾ ਮੈਨੂੰ ਥਰਡ ਟਾਈਮ ਇਲੈਕਟ ਕੀਤਾ ਲੋਕਾਂ ਨੇ, ਮੈਨੂੰ ਉੱਦਾਂ ਹੀ ਬਹੁਤ ਸਪੇਸ ਕਵਰੇਜ ਲੋਕਾਂ ਦੀ ਕਚਹਿਰੀ ਵਿੱਚ, ਜਿੱਥੇ ਵੀ ਕਿਤੇ ਇਸ਼ੂਜ਼ ਹੁੰਦੇ ਲੋਕ ਮੈਨੂੰ ਅਪਰੋਚ ਕਰਦੇ ਆ। ਬੀਨ ਟਰੈਵਲਿੰਗ, ਮੈਂ ਉੱਥੇ ਗਿਆ ਸੀਗਾ ਜਿੱਥੇ ਬਰਗਾੜੀ ਵਾਲੇ ਸੁਖਰਾਜ ਦੇ ਮੋਰਚੇ 'ਤੇ, ਫਿਰ ਉਸ ਤੋਂ ਬਾਅਦ ਜ਼ੀਰੇ ਇੱਕ ਕਾਂਗਰਸ ਦਾ ਵਰਕਰ ਮਾਰਤਾ ਸੀ ਇਹਨਾਂ ਨੇ, ਇੱਟਾਂ ਮਾਰ ਕੇ, ਮੈਂ ਉੱਥੇ ਚਲੇ ਗਿਆ ਸੀਗਾ। ਸੋ ਮੈਂ ਆਪਣਾ ਕੰਮ ਵੈਸੇ ਵੀ ਕਰੀ ਜਾਣਾ ਵਾ, ਕੋਈ ਐਲਓਪੀ ਲੱਗਣਾ ਬਣਨਾ ਕੋਈ ਬਹੁਤ ਜ਼ਰੂਰੀ ਨਹੀਂ ਗਾ। ਐਮਐਲਏ ਇਟ ਸੈਲਫ, ਅਗਰ ਐਮਐਲਏ ਦੀ ਰਿਸਪੌਂਸਿਬਿਲਿਟੀਜ਼ ਨੂੰ ਕੋਈ ਸਮਝੇ ਤਾਂ ਐਮਐਲਏ ਆਪਣੇ ਆਪ ਵਿੱਚ ਕਾਫੀ ਅੱਛੀ ਪੋਜੀਸ਼ਨ ਹੈ ਜੀ। ਪਰ ਆਮ ਆਦਮੀ ਪਾਰਟੀ ਨੇ ਫਿਰ ਵੀ ਉਹਨਾਂ ਵੇਲਿਆਂ 'ਚ ਤੁਹਾਡੇ 'ਤੇ ਬਹੁਤ ਯਕੀਨ ਦਿਖਾਇਆ ਸੀ ਜਿੰਨਾ ਕਾਂਗਰਸ ਨਹੀਂ ਦਿਖਾ ਪਾਈ। ਹਲੇ ਆਪਾਂ ਕਾਂਗਰਸ ਨੂੰ, ਮੇਰੀ ਹਲੇ ਕਿੰਨੀ ਦੇਰ ਹੋਈ ਹੈ, 6 ਮਹੀਨੇ ਪਹਿਲਾਂ ਮੈਂ ਕਾਂਗਰਸ 'ਚ ਆਇਆ, ਹਲੇ ਆਈਵ ਜਸਟ ਸਟਾਰਟਡ ਆਫ ਅ ਨਿਊ ਇਨਿੰਗਸ। ਹਾਲਾਂਕਿ ਮੈਂ ਵੈਸੇ 22 23 ਸਾਲ ਲਾਏ ਕਾਂਗਰਸ ਲਈ। ਸਭ ਤੋਂ ਜ਼ਿਆਦਾ ਅਗਰ ਕਿਸੇ ਨੂੰ ਵਿਕਟਮਾਈਜ਼ ਕੀਤਾ ਗਿਆ ਅਕਾਲੀ ਦਲ ਦੇ ਰਾਜ ਵਿੱਚ 2007 ਤੋਂ ਲੈ ਕੇ 17 ਤੇ ਇਕੱਲਾ ਖੇਰਾ ਸੀਗਾ। 6 ਮੁਕੱਦਮੇ ਸੀ ਮੇਰੇ ਉੱਤੇ, ਸਾਰੇ ਮੁਕੱਦਮੇ ਜਿਹੜੇ ਸੀਗੇ ਉਹ ਹਾਈ ਕੋਰਟ ਨੇ ਕੁਆਸ਼ ਕੀਤੇ ਨੇ, ਤੇ ਕਿਸੇ ਹੋਰ ਕਾਂਗਰਸੀ ਲੀਡਰ ਤੇ ਇਹਨੇ ਮੁਕੱਦਮੇ ਅਕਾਲੀਆਂ ਨੇ ਨਹੀਂ ਕੀਤੇ, ਬਿਕੋਜ਼ ਆਈ ਵਾਸ ਸਪੀਕਿੰਗ ਆਊਟ ਅਗੇਂਸਟ them। ਦੇਅਰਫੋਰ ਹਲੇ ਬਹੁਤ ਥੋੜ੍ਹਾ ਸਮਾਂ ਮੈਨੂੰ ਦੁਬਾਰਾ ਐਂਟਰ ਕੀਤਿਆਂ ਨੂੰ ਹੋਇਆ ਵਾ। ਆਈ ਆਲਸੋ ਵਾਂਟ ਟੂ ਗਿਵ ਦ ਪਾਰਟੀ ਲੀਡਰਸ਼ਿਪ ਮੋਰ ਟਾਈਮ, ਉਹ ਵੀ ਕਰਨ, ਮੈਂ ਵੀ ਕਰੂੰਗਾ ਆਪਣਾ ਕੰਮ, ਔਰ ਆਹਿਸਤਾ ਆਹਿਸਤਾ ਉਸ ਪਰਮਾਤਮਾ ਵਾਹਿਗੁਰੂ 'ਤੇ ਛੱਡਿਆ, ਜਿੱਦਣ ਹੋਵੇਗਾ ਜ਼ਰੂਰ ਠੀਕ ਹੋ ਜਾਏਗਾ। ਜੇ ਤੁਹਾਡੇ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਦੀ ਗੱਲ ਕਰੀਏ, ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸੀ, ਉਹਨਾਂ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਦਾ ਤਾਰੀਖ ਨਹੀਂ ਸੀ ਪਤਾ, ਜੋ ਕਿ 4ਵੀਂ 5ਵੀਂ ਦੇ ਜਵਾਕਾਂ ਤੱਕ ਨੂੰ ਪਤਾ ਹੈ। ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਹੋ ਸਕਦਾ ਵਾ ਕਿ ਉਹ ਫੋਲਟਰ ਕਰ ਗਿਆ ਉਸ ਦਿਨ। ਕਈ ਵਾਰ ਮੈਂ ਓਨੈਸਟਲੀ ਕਹਿਣਾ, ਕਈ ਵਾਰੀ ਆਪਾਂ ਆਪਣੇ ਘਰੇਲੂ ਲਾਈਕ ਆਪਣੇ
ਮੈਰਿਜ ਐਨੀਵਰਸਰੀ ਦੀ ਡੇਟ ਭੁੱਲ ਜੀਦੀ ਆ, ਆਪਣੇ ਇਮੀਡੀਏਟ ਫੈਮਿਲੀ ਮੈਂਬਰਸ ਦੇ ਬਰਥਡੇ ਦੀਆਂ ਡੇਟਸ ਭੁੱਲ ਜਾਂਦੇ ਆ। ਸੋ ਇੱਕ ਹਿਊਮਨ ਐਰਰ ਆ। ਰਾਜਾ ਵੜਿੰਗ ਇੱਕ ਅੱਛਾ ਕੰਪੀਟੈਂਟ ਲੀਡਰ ਹੈ। ਇੱਕ ਤਾਂ ਉਹ ਯੂਥਫੁਲ ਹੈ, ਦੂਸਰਾ ਕਿ ਉਹ ਐਗਰੈਸਿਵ ਵੀ ਹੈ, ਤੀਸਰਾ ਕਿ ਉਹਦੀ ਆਪਣੇ ਓਰੇਟਰੀ ਦੇ ਉੱਤੇ ਵੀ ਕਮਾਂਡ ਅੱਛੀ ਹੈਗੀ ਹੈ। ਸੋ ਮੈਨੂੰ ਲੱਗਦਾ ਕਿ ਫਾਇਦਾ ਹੀ ਹੋਵੇਗਾ ਕਾਂਗਰਸ ਨੂੰ ਇਸ ਤਰ੍ਹਾਂ ਦੇ ਵਿਅਕਤੀ ਨੂੰ ਬਣਾ ਕੇ। ਸੋ ਸਿਮਿਲਰਲੀ ਪ੍ਰਤਾਪ ਬਾਜਵਾ ਇਜ਼ ਲਾਈਕ ਅ ਵੈਰੀ ਐਕਸਪੀਰੀਅੰਸਡ ਹੈਂਡ। ਉਹ ਪੁਰਾਣਾ ਸਾਰਾ ਜਾਣਦੇ ਨੇ ਪੰਜਾਬ ਦੇ ਬਾਰੇ, ਪਾਰਟੀਆਂ ਦੇ ਬਾਰੇ। ਸੋ ਆਈ ਥਿੰਕ ਦੋਨੋਂ ਅਪਾਇੰਟਮੈਂਟਸ ਬਹੁਤ ਅੱਛੀਆਂ, ਠੀਕ ਹੈ। ਪਰ ਕਿਸੇ ਵੇਲੇ ਰਾਜਾ ਵੜਿੰਗ ਨੇ ਗੱਲਾਂ ਕੀਤੀਆਂ, ਉਹਨਾਂ ਨੇ ਕਿਹਾ ਕਿ ਬੱਕਰੀ ਦੀਆਂ ਮਿੰਗਣਾਂ ਤੋਂ ਕੈਂਸਰ ਦੀ ਦਵਾਈ ਬਣਾਉਣ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਸ਼ਰਾਬ ਖੰਘ ਦੀ ਦਵਾਈ, ਇਹ ਇੱਦਾਂ ਦੀਆਂ ਬੇਤੁਕੀਆਂ ਗੱਲਾਂ ਕੀਤੀਆਂ ਸੀ ਕਿਸੇ ਵੇਲੇ। ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਟਾਈਮ 'ਚ ਕਿਤੇ ਅਕਾਲੀ ਦਲ ਦੇ ਪ੍ਰਧਾਨ ਵਾਂਗੂ ਕਾਂਗਰਸ ਦੇ ਪ੍ਰਧਾਨ ਦਾ ਵੀ ਕਿਤੇ ਮਜ਼ਾਕ ਨਾ ਬਣ ਜੇ, ਜਾਂ ਮਜ਼ਾਕ ਦਾ ਪਾਤਰ ਬਣ ਸਕਦੇ ਆ ਇਹ? ਇਸ ਤਰ੍ਹਾਂ ਹੈਗਾ ਜੀ ਕਿ ਵੈਨ ਯੂ ਆਰ ਨਾਟ ਇਨ ਐਨੀ ਡੈਜ਼ਿਗਨੇਟਿਡ ਰਿਸਪੌਂਸਿਬਿਲਿਟੀ, ਉਹ ਤੋਂ ਪਹਿਲਾਂ ਤੁਸੀਂ ਕਹਿ ਰਹੀ ਨਾ ਕੈਜੂਅਲੀ ਗੱਲਾਂ ਕਰਦੇ। ਜਿੱਦਾਂ ਮੈਂ ਪਿੰਡਾਂ ਦੇ ਵਿੱਚ ਜਾਂਦਾ, ਜਿੱਦਾਂ ਮੈਂ ਇੱਕ ਗੱਲ ਸੁਣਾਈ ਸੀਗੀ ਕਿ ਮੈਨੂੰ ਕੇਜਰੀਵਾਲ ਬਾਰੇ ਮੈਂ ਸੁਣਾਈ ਸੀਗੀ ਕਿ ਕੇਜਰੀਵਾਲ ਨੇ ਕੰਧਾਂ 'ਤੇ ਲਿਖਾਇਆ ਸੀਗਾ ਕਿ ਇੱਕ ਮੌਕਾ ਕੇਜਰੀਵਾਲ ਕੋ। ਤਾਂ ਮੈਂ ਇੱਕ ਦਿਨ ਪਿੰਡ 'ਚ ਬੈਠਾ ਸੀ ਤੇ ਮੇਰੇ ਕੋਲ ਤੁਹਾਡੇ ਮੀਡੀਆ ਵਾਲੇ ਆ ਗਏ, ਤਾਂ ਇਟ ਜਸਟ ਸਟਰਕ ਮੀ। ਮੈਂ ਕਿਹਾ ਮੈਂ ਕੇਜਰੀਵਾਲ ਨੂੰ ਕਹਿਣਾ ਚਾਹੁੰਦਾ ਵਾਂ ਕਿ ਇੱਕ ਲਫ਼ਜ਼ ਮੈਂ ਬੋਲੂੰਗਾ, ਉਹ ਲਫ਼ਜ਼ ਸਹੀ ਬੋਲ ਦੇਵੇ, ਤੈਨੂੰ ਇੱਕ ਮੌਕਾ ਦੇ ਦਿਆਂਗੇ। ਉਹ ਕਹਿੰਦੇ ਜੀ ਕਿਹੜਾ ਲਫ਼ਜ਼ ਹੈਗਾ? ਮੈਂ ਕਿਹਾ ਇਹਨੂੰ ਕਹਿ ਘੁੱਗੀ ਕਹਿ ਦੇ, ਕਿਉਂਕਿ ਕੋਈ ਵੀ ਨੌਨ ਪੰਜਾਬੀ ਘੁੱਗੀ ਨਹੀਂ ਕਹਿ ਸਕਦਾ, ਉਹ ਗੁੱਗੀ ਕਹੂਗਾ। ਸਾਡਾ ਪ੍ਰੈਜ਼ੀਡੈਂਟ ਹੁੰਦਾ ਸੀ ਨਾ ਦਿਸ ਮੈਨ ਗੁਰਪ੍ਰੀਤ ਘੁੱਗੀ, ਤੇ ਜਦੋਂ ਵੀ ਉਹਨਾਂ ਨੂੰ ਐਡਰੈਸ ਕਰਦਾ ਸੀ ਕੇਜਰੀਵਾਲ, ਗੁੱਗੀ ਜੀ ਇਧਰ ਆਏ, ਗੁੱਗੀ ਜੀ ਇਹ ਕੰਮ ਕरें, ਗੁੱਗੀ ਜੀ ਉਹ ਕੰਮ ਕरें। ਸੋ ਦੈਟ ਵਾਜ਼ ਜਸਟ ਅ ਜੋਕ, ਨਾਟ ਦੈਟ ਆਈ ਮੈਂਟ ਇਟ ਐਕਚੁਅਲੀ। ਜਾਂ ਕੋਈ ਇੱਦਾਂ ਕਰਕੇ ਕਈ ਵਾਰੀ ਰਾਜੇ ਵੜਿੰਗ ਨੇ ਵੀ ਫਰਜ਼ ਕਰੋ ਬੱਕਰੀ ਦੀ ਮੈਂਗਣਾ ਤੋਂ ਪਤਾ ਨਹੀਂ ਕੀ ਬਣਾਉਣਾ ਸੀਗਾ ਜਾਂ ਖੰਘ ਦੀ ਦਵਾਈ ਕਹਿਤਾ, ਬਟ ਹੁਣ ਉਹ ਪੀਸੀਸੀ ਪ੍ਰੈਜ਼ੀਡੈਂਟ ਨੇ। ਆਈ ਐਮ ਕੁਆਇਟ ਸ਼ੋਰ ਕਿ ਉਹ ਹੁਣ ਆਪਣੀ ਬਹੁਤ ਰਿਸਪੌਂਸਿਬਲ ਤਰੀਕੇ ਨਾਲ ਆਪਣੀ ਗੱਲ ਕਹਿਣਗੇ। ਸਾਰਿਆਂ ਤੋਂ ਗਲਤੀਆਂ ਹੋ ਜਾਂਦੀਆਂ ਜ਼ਿੰਦਗੀ 'ਚ। ਤਾਂ ਜਿਵੇਂ ਤੁਸੀਂ ਕਿਹਾ, ਤੁਸੀਂ ਆਮ ਆਦਮੀ ਪਾਰਟੀ ਦੇ ਹੁਣ ਤੱਕ ਦੀ ਜਿਹੜੀ ਮਹੀਨੇ ਇੱਕ ਦੀ ਕਾਰਗੁਜ਼ਾਰੀ ਆ ਉਹਨੂੰ ਕੁਝ ਚੰਗਾ ਨਹੀਂ ਕਹਿੰਦੇ, ਤਾਂ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਜਿਹੜੇ ਮੁੱਦਿਆਂ 'ਤੇ ਧਿਆਨ ਦੇਣਾ ਸੀ ਉਹਨਾਂ ਮੁੱਦਿਆਂ 'ਤੇ ਧਿਆਨ ਨਹੀਂ ਦਿੱਤਾ? ਭਾਵੇਂ ਮਾਫੀਆ ਦੀ ਗੱਲ ਕਰ ਲਓ, ਮਾਈਨਿੰਗ ਦੀ ਗੱਲ ਕਰ ਲਓ, ਜਦ ਕਿ ਤੁਸੀਂ ਹਰ ਰੋਜ਼ ਟਵੀਟ ਕਰਕੇ ਹਰ ਇੱਕ ਮੁੱਦੇ 'ਤੇ ਪੂਰੇ ਐਕਟਿਵ ਹੋ ਕੇ ਤੁਸੀਂ ਹਰ ਰੋਜ਼ ਦੱਸ ਰਹੇ ਹੋ, ਪਰ ਤੁਸੀਂ ਹਾਲੇ ਤੱਕ ਦੀਆਂ ਜੋ ਉਹਨਾਂ ਦੀ ਕਾਰਗੁਜ਼ਾਰੀ ਰਹੀ ਹੈ ਉਹਨੂੰ ਸਹੀ ਨਹੀਂ ਮੰਨ ਰਹੇ। ਮੈਂ ਹਾਲੇ ਤੱਕ ਨਾ ਵਿਲ ਨਾਟ ਇੰਡਲਜ ਇਨ ਵੈਰੀ ਸ਼ਾਰਪ ਕ੍ਰਿਟਿਸਿਜ਼ਮ। ਮੈਂ ਸਿਰਫ ਪੁਆਇੰਟ ਆਊਟ ਕਰ ਰਿਹਾ, ਜਿੱਦਾਂ ਲੈਟਸ ਸੇ ਅਡਾਨੀ, ਵਾਰਨਿੰਗਸ ਦੇ ਰਹੇ ਹੋ ਤੁਸੀਂ ਕਿ ਇੱਥੇ ਧਿਆਨ ਦਿਓ, ਉੱਥੇ ਦਿਓ। ਪਬਲਿਕ ਡੋਮੇਨ 'ਚ ਲੈ ਕੇ ਆ ਰਿਹਾ, ਜਿੱਦਾਂ ਅਡਾਨੀਜ਼ ਦਾ ਸਾਈਲੋ ਹੈਗਾ ਇੱਥੇ ਡਗਰੂ ਪਿੰਡ ਆ ਮੋਗੇ 'ਚ, ਉੱਥੇ ਕਣਕ ਦੀ ਸੇਲ ਪਰਚੇਸ ਚੱਲ ਰਹੀ ਆ। ਇੱਕ ਪਾਸੇ ਅਸੀਂ ਏਡਾ ਵੱਡਾ ਅੰਦੋਲਨ ਕੀਤਾ ਸੀ, ਉਹ ਕਾਲੇ ਤਿੰਨ ਕਾਨੂੰਨ ਸਕ੍ਰੈਪ ਕੀਤੇ ਕਿ ਮੰਡੀ ਸਿਸਟਮ ਪ੍ਰੀਵੇਲ ਕਰੇਗਾ, ਉਹ ਮੰਡੀ ਨੂੰ ਬਾਈਪਾਸ ਕਰਕੇ ਅਡਾਨੀ ਸਿੱਧੀ ਕਣਕ ਖਰੀਦ ਰਿਹਾ ਵਾ। ਸੋ ਭਗਵੰਤ ਮਾਨ ਨੂੰ ਇੱਥੇ ਵੀ ਫੋਕਸ ਕਰਨਾ ਚਾਹੀਦਾ ਵਾ। ਅਗਰ ਉਹਨੇ ਖਰੀਦਣੀ ਵੀ ਤਾਂ ਸ਼ੁੱਡ ਗੋ ਟੂ ਦ ਮੰਡੀ ਐਂਡ ਗੈਟ ਦ ਵੀਟ। ਅਦਰਵਾਈਜ਼ ਤਾਂ ਐਂ ਕੱਲ੍ਹ ਨੂੰ ਪ੍ਰਾਈਵੇਟ ਪਲੇਅਰਸ ਆਉਣਗੇ 5 ਰੁਪਏ ਕੁਇੰਟਲ ਤਾਂ ਜ਼ਿਆਦਾ ਦੇਣਗੇ ਜਾਂ 10 ਰੁਪਏ, ਤੇ ਸਾਡੀਆਂ ਮੰਡੀਆਂ ਦਾ ਸਿਸਟਮ ਸਾਰਾ ਫਲੋਪ ਹੋ ਜੂ। ਫਿਰ ਐਡੀ ਵੱਡੀ ਐਜੀਟੇਸ਼ਨ ਅਸੀਂ ਕਿਉਂ ਕੀਤੀ ਸੀਗੀ? ਸੋ ਇੱਕ ਸਾਰੀਆਂ ਗੱਲਾਂ, ਮੇਰਾ ਇੱਕ ਰਿਸਪੌਂਸਿਬਿਲਿਟੀ ਆ, ਮੇਰਾ ਸੁਭਾਅ ਆ ਕਿ ਮੈਂ ਜਦੋਂ ਆਈ ਐਮ ਜਸਟ ਵਾਚਿੰਗ ਦ ਸਿਚੁਏਸ਼ਨ, ਜਿਹੜੀ ਗੱਲ ਉਹਨਾਂ 'ਚੋਂ ਮੈਨੂੰ ਠੀਕ ਲੱਗਦੀ ਕਿ ਹਾਂ ਇਹ ਗੱਲ ਨੂੰ ਉਠਾਉਣ ਯੋਗ ਹੈ, ਉਸ ਨੂੰ ਮੈਂ ਚੱਕ ਕੇ ਹਾਈਲਾਈਟ ਕਰਦਾ ਵਾਂ। ਔਰ ਮੈਂ ਕਈ ਵਾਰ ਟਵਿੱਟਰ ਮੈਂ ਆਪ ਵੈਸੇ ਪਹਿਲਾਂ ਘੱਟ ਯੂਜ਼ ਕਰਦਾ ਸੀ, ਆਈ ਹੈਵ ਸਟਾਰਟਡ ਯੂਜ਼ਿੰਗ ਇਟ ਮੋਰ ਫਰੀਕੁਐਂਟਲੀ ਮਾਈ ਸੈਲਫ। ਅਤੇ ਮੈਂ ਉੱਥੇ ਜਦੋਂ ਟਵੀਟ ਵਗੈਰਾ ਕਰਦਾ ਉਹ ਸੋਸ਼ਲ ਮੀਡੀਆ ਦੇ ਉੱਤੇ ਚਲੇ ਜਾਂਦਾ, ਟੈਲੀਵਿਜ਼ਨ ਚੈਨਲਸ ਚੱਕ ਲੈਂਦੇ ਨੇ। ਸੋ ਮੈਂ ਫੇਅਰਲੀ ਇਹ ਕਹਿ ਸਕਦਾ ਕਿ ਇਸ ਇੱਕ ਮਹੀਨੇ ਵਿੱਚ ਜਿਹੜੀ ਐਕਸਪੈਕਟੇਸ਼ਨ ਸੀ ਲੋਕਾਂ ਤੋਂ, ਉਸ 'ਤੇ ਪੂਰੇ ਨਹੀਂ ਉਤਰੇ, ਪੱਕੀ ਗੱਲ। ਹੁਣ ਅਸੀਂ ਇਹਨਾਂ ਦਾ ਬਹੁਤ ਜ਼ਿਆਦਾ ਵੀ ਕਠੋਰ ਕ੍ਰਿਟਿਸਿਜ਼ਮ ਨਹੀਂ ਕਰਦੇ, ਵੀ ਉਹ ਟਾਈਮ ਆ ਲੈਣ ਦਿਓ, 6-8 ਮਹੀਨੇ ਬਾਅਦ ਇਹਨਾਂ ਨੂੰ ਘੇਰਾਂਗੇ ਚੰਗੀ ਤਰ੍ਹਾਂ ਨਾਲ। ਜੇ 6-8 ਮਹੀਨਿਆਂ ਬਾਅਦ ਵੀ ਨਹੀਂ ਹੋਇਆ, ਫਿਰ ਕੀ ਕਰਨਾ ਤੁਸੀਂ? ਉਦੋਂ ਕੀ ਸੋਚਿਆ ਹੋਇਆ? ਜੇ ਲੱਗਿਆ ਕਿ ਬਿਲਕੁਲ ਆਪਣੇ ਵਾਅਦਿਆਂ ਤੋਂ ਭੱਜ ਰਹੇ ਨੇ, ਜਾਂ ਇਹ ਆਪਣੇ ਜਿਹੜੀ ਕਮਿਟਮੈਂਟ ਕੀਤੀ ਹੈ ਲੋਕਾਂ ਦੇ ਨਾਲ ਗੁੱਡ ਗਵਰਨੈਂਸ ਦੀ, ਕਰਪਸ਼ਨ ਦੀ, ਜਿੱਦਾਂ ਕਰਪਸ਼ਨ ਦੀ ਗੱਲ ਕੀਤੀ ਸੀ ਵਿੱਚ ਗੱਲ 'ਚੋਂ ਗੱਲ ਆ ਗਈ। ਤੁਹਾਨੂੰ ਯਾਦ ਹੋਵੇਗਾ ਕਿ ਗੁਜਰਾਤ ਜਾ ਕੇ केजरीवाल ने एक स्टेटमेंट दी कि भगवंत मान ने पंजाब में 10 दिन में भ्रष्टाचार खत्म कर दिया। नो दैट इज़ अगेन अ लाफेबल स्टेटमेंट, हासोहीनी गल आ, क्योंकि इन्हां दा जिहड़ा एंटी करप्शन नंबर हैगा उहदे ते 3 लाख कंप्लेंट गई हुई सी जिहड़ी 3-4 दिन पहलां, उहदे चों 3 कंप्लेंट्स से परचा दर्ज होए ने, FIRs दर्ज होए सिर्फ 3 ते। वॉट अबाउट 1,49,997 कंप्लेंट्स? ਇਹ ਤਾਂ ਮਤਲਬ ਕਿ ਤੁਸੀਂ ਕਰਪਸ਼ਨ ਸਿਰਫ ਕਹਿਣ ਨਾਲ ਥੋੜ੍ਹਾ ਖਤਮ ਹੋ ਜਾਣੀ ਆ। ਮੇਰੇ ਹਿਸਾਬ ਦੇ ਨਾਲ ਕਰਪਸ਼ਨ ਜਿਉਂ ਦੀ ਤਿਉਂ ਹਲੇ ਬਰਕਰਾਰ ਆ। ਡਰਦੇ ਆ ਥੋੜ੍ਹੇ ਆਫਿਸਰਸ, ਨੋ ਡਾਊਟ ਅਬਾਊਟ ਦੈਟ, ਪਰ ਤੁਸੀਂ ਇਹ ਸਟੇਟਮੈਂਟ ਦੇ ਰਹੇ ਕਿ ਪੰਜਾਬ 10 ਦਿਨ 'ਚੋਂ ਅਸੀਂ ਕਰਪਸ਼ਨ ਖਤਮ ਕਰਤੀ, ਇਹ ਸਿਰਫ ਤੁਸੀਂ ਦੈਟ ਮੀਨਸ ਤੁਸੀਂ ਪਬਲਿਸਿਟੀ ਲਈ ਤੇ ਗੈਲਰੀਜ਼ ਨੂੰ ਪਲੇ ਕਰ ਰਹੇ ਹੋ। ਤੁਹਾਡਾ ਅੰਦਰ
ਤੁਹਾਡਾ ਜਿਹੜਾ ਅਸਲ ਮਾਦਾ ਵਾ ਉਹ ਨਹੀਂ ਬੋਲ ਰਿਹਾ, ਉਹ ਸਿਰਫ ਤੁਸੀਂ ਤਾੜੀਆਂ ਵਜਵਾਉਣ ਵਾਸਤੇ ਇੱਕ ਸਟੇਟਮੈਂਟ ਦੇ ਦਿੱਤੀ। ਪਰ ਉਹਨਾਂ ਦਾ ਤਾਂ ਕਹਿਣਾ ਜੇ ਕਿਤੇ ਵੀ ਤੁਹਾਨੂੰ ਐ ਲੱਗਦਾ ਕਿ ਕਿਤੇ ਕਰਪਸ਼ਨ ਹੋ ਰਹੀ ਹੈ, ਤੁਸੀਂ ਵੀਡੀਓ ਬਣਾਓ ਤੇ ਡਾਇਰੈਕਟ ਮੈਨੂੰ ਭੇਜੋ, ਤੇ ਲੋਕ ਬਣਾ ਵੀ ਰਹੇ ਆ ਤੇ ਉਹ ਭੇਜ ਵੀ ਰਹੇ ਆ ਤੇ ਉਹ ਵਾਇਰਲ ਹੋ ਰਹੀਆਂ ਚੀਜ਼ਾਂ। ਬਹੁਤ ਸਾਰੀਆਂ ਵੀਡੀਓਜ਼ ਲੋਕਾਂ ਨੇ ਬਣਾਈਆਂ, ਲੋਕਾਂ ਨੇ ਅਪਲੋਡ ਕੀਤੀਆਂ। 3 ਲੱਖ ਕੰਪਲੇਂਟ ਪੈਂਡਿੰਗ ਹੈ। ਪਹਿਲਾਂ ਤਾਂ ਦੱਸਣ ਨਾ ਉਹ 3 ਲੱਖ ਕੰਪਲੇਂਟ ਦਾ ਕੀ ਐਕਸ਼ਨ ਲਿਆ ਵਾ, ਫਿਰ ਅਸੀਂ ਮੰਨਾਂਗੇ ਕਿ ਹਾਂ ਕਰਪਸ਼ਨ ਨੂੰ ਹੱਥ ਪਾ ਰਹੇ ਨੇ। ਦੂਜਾ ਹੈਗਾ ਤੁਸੀਂ ਕਹਿੰਦੇ ਕਿ ਜੀ ਵੀਡੀਓਜ਼ ਬਣਾਓ। ਹੁਣ ਸਾਰੇ ਪੰਜਾਬ ਦੇ ਆਫਿਸਰਸ ਨੂੰ ਪਤਾ ਕਿ ਉਹਨਾਂ ਦੀ ਕਾਲ ਆਈ ਹੋਈ ਹੈ ਤੇ ਵੀਡੀਓ ਕੈਮਰੇ ਬਾਹਰ ਰਖਾ ਲੈਣਗੇ ਲੋਕਾਂ ਦੇ, ਫਿਰ ਤੁਸੀਂ ਵੀਡੀਓ ਕਿੱਥੋਂ ਬਣਾ ਲਓਗੇ? ਹਿਡਨ ਕੈਮਰੇਜ਼ ਬਾਰੇ ਸਭ ਨੂੰ ਪਤਾ ਅੱਜ ਕੱਲ੍ਹ, ਬਟਨ ਤੇ ਲੱਗ ਜਾਂਦਾ ਜੀ, ਵਾਚ 'ਚ ਲੱਗ ਜਾਂਦਾ ਜੀ ਫਲਾਨਾ। ਸੋ ਇਸ ਕਰਕੇ ਇਹ ਜਿਹੜਾ ਕਹਿਣਾ ਕਿ ਵੀਡੀਓ ਪ੍ਰੂਫ ਲੈ ਕੇ ਆਓ, ਆਈ ਥਿੰਕ ਦੇ ਸ਼ੁੱਡ ਰਿਵਰਟ ਟੂ ਦੀ ਓਰੀਜਨਲ ਸਿਸਟਮ। ਇੱਕ ਐਫੀਡੇਵਿਟ ਮੰਗਣ ਲੋਕਾਂ ਤੋਂ। ਫਰਜ਼ ਕਰੋ ਕਿਸੇ ਤਹਿਸੀਲਦਾਰ ਨੇ ਕੋਈ ਕਿਸੇ ਤੋਂ 50,000 ਰੁਪਇਆ ਲਿਆ, ਅਗਰ ਐਪਲੀਕੈਂਟ ਉਹਦਾ 50,000 ਦਾ ਐਫੀਡੇਵਿਟ ਦਿੰਦਾ ਵਾ, ਐਕਸ਼ਨ ਸ਼ੁੱਡ ਬੀ ਇਨੀਸ਼ੀਏਟਡ ਅਗੇਂਸਟ ਹਿਮ। ਵੀਡੀਓਜ਼ ਵਗੈਰਾ ਬਣਾ ਕੇ ਰਿਕਾਰਡਿੰਗਾਂ ਕਰਕੇ ਇਟਸ ਵੈਰੀ ਡਿਫਿਕਲਟ। ਔਰ ਕਈ ਵਾਰੀ ਸਗੋਂ ਜਿਹੜੇ ਵਿਚਾਰੇ ਗਰੀਬ ਆਦਮੀ ਨੇ ਉਹ ਇੱਦਾਂ ਕਰਨਗੇ ਤਾਂ ਸ਼ਾਇਦ ਉਹਨਾਂ 'ਤੇ ਉਲਟੀ ਪੈ ਸਕਦੀ ਗੱਲ। ਸੋ ਐਫੀਡੇਵਿਟ ਸਟੈਂਡਰਡਾਈਜ਼ਡ ਇੱਕ ਕੰਪਲੇਂਟ ਸਿਸਟਮ ਹੈ ਕਿ ਜਿਹੜੇ ਵੀ ਬੰਦੇ ਨੇ ਕਰਪਸ਼ਨ ਦੀ ਕੋਈ ਕੰਪਲੇਂਟ ਕਰਨੀ, ਇੱਕ ਐਫੀਡੇਵਿਟ ਦੀ ਸ਼ਕਲ 'ਚ SSP ਜਾਂ ਵਟਐਵਰ DGP ਨੂੰ ਜਾਂ DC ਨੂੰ ਤੁਸੀਂ ਐਫੀਡੇਵਿਟ ਦਿਓ, ਅਸੀਂ ਉਹਨਾਂ ਦੇ ਖਿਲਾਫ ਐਕਸ਼ਨ ਲਵਾਂਗੇ। ਦੈਟ ਸ਼ੋਜ਼ ਦੀ ਸੀਰੀਅਸਨੈਸ। ਥੈਂਕ ਯੂ ਖਹਿਰਾ ਸਾਹਿਬ, ਸਾਡੇ ਸਾਰੇ ਸਵਾਲਾਂ ਦਾ ਜਵਾਬ ਦੇਣ ਲਈ, ਸਾਨੂੰ ਅੱਜ ਸਮਾਂ ਦੇਣ ਲਈ। ਹਾਂਜੀ, ਬਹੁਤ ਸ਼ੁਕਰੀਆ ਤੁਹਾਡਾ, ਔਰ ਸਾਰਿਆਂ ਨੂੰ ਮੇਰੀ ਦੁਬਾਰਾ ਫਤਿਹ ਜੀ। ਥੈਂਕ ਯੂ। ਤਾਂ ਇਹ ਸੀਗੇ ਸਾਡੇ ਨਾਲ ਸੁਖਪਾਲ ਸਿੰਘ ਖਹਿਰਾ ਜੀ, ਜਿਨ੍ਹਾਂ ਨੇ ਸਾਡੇ ਸਾਰੇ ਸਵਾਲਾਂ ਦਾ ਬੜਾ ਸੋਹਣਾ ਜਵਾਬ ਦਿੱਤਾ ਹੈ। ਜੋ ਅੱਜ ਦੇ ਮੁੱਦੇ ਚੱਲ ਰਹੇ ਆ, ਭਾਵੇਂ ਆਮ ਆਦਮੀ ਪਾਰਟੀ ਦਾ ਲੈ ਲਓ ਜਾਂ ਜਿਹੜੇ ਕਾਂਗਰਸ ਦੇ ਨਵੇਂ ਪ੍ਰਧਾਨ ਚੁਣੇ ਗਏ ਹੈ, LOP ਹੈ, ਜਿਹੜੇ ਵੀ ਮੁੱਦੇ ਚੱਲ ਰਹੇ ਆ, ਸਾਰੀਆਂ ਗੱਲਾਂ ਦਾ ਇਹਨਾਂ ਨੇ ਬੜਾ ਸੋਹਣਾ ਜਵਾਬ ਦਿੱਤਾ। ਕੈਮਰਾਮੈਨ ਗੁਰਮੀਤ ਦੇ ਨਾਲ ਸੀਰਤ ਸੰਧੂ, ਸਤਿ ਸ਼੍ਰੀ ਅਕਾਲ।